ਇਮਰਾਨ ਕੱਲ ਉਹਨੇ ਛੁਰੀ ਫੜੀ ਸੀ ਨਾ, ਉਹ ਕਹਿੰਦਾ ਸੀ ਮੈਂ ਆਪਣੀ ਨਸ ਵੱਢ ਦਿਆਂਗਾ। ਤੁਸੀਂ ਕਿਹੜੀ ਛੁਰੀ ਓਏ ਫੜੀ? ਆ ਜਿਹੜੀ ਯੂਸਫੀ ਵਾਲੀ ਗੱਲ ਹੈ, ਇਹਦੇ ਤੇ ਗੱਲ ਕਰੋ। ਅਮਰਦੀਪ ਸਾਹਿਬ, ਤੁਸੀਂ ਚੇਲੇ ਨਾ ਬਣਿਆ ਕਰੋ। ਤੁਹਾਡੀ ਇਹ ਬੁਰੀ ਆਦਤ ਹੈ, ਹਰ ਇੱਕ ਦਾ ਚੇਲਾ ਬਣ ਜਾਂਦੇ ਹੋ ਫਟਾਫਟ। ਉਹ ਤੁਹਾਨੂੰ ਗੋਦ ਅੱਛਾ ਵਿੱਚ ਤੁਸੀਂ ਬਿਠਾ ਛੁਰੀ ਲਿੱਤਾ ਫੜੀ ਕਿਉਂ ਤੇ ਸੀ? ਉਹ ਮਜ਼ੇ ਕਿਹਨੂੰ ਕਹਿ ਰਹੇ ਲੈਂਦਾ ਸੋ ਕਿ ਤੂੰ ਮੁਝੇ छोड़ के चली गई हो? ਉਹ ਕਿਹਨੂੰ ਕਹਿ ਰਹੇ? ਹਾਏ, ਉਹ ਤੇਰੀ ਆਂਟੀ ਸੀ, ਤੇਰੀ ਫੁੱਫੀ ਸੀ ਨਾ ਜਿਹੜੀ ਚਲੀ ਗਈ ਸੀ ਛੋੜ ਕੇ ਮੈਨੂੰ। ਇਸ ਤਰ੍ਹਾਂ ਨਾ ਕਰੋ, ਬੰਦੇ ਬਣ ਜਾਓ। ਕੀਮ ਸਾਹਿਬ ਬਾਜ਼ ਆ ਜਾਓ, ਹਰਕਤਾਂ ਛੱਡ ਦਿਓ। ਉਹ ਇਹ ਗੱਲ ਬੰਦਾ ਬੰਦਿਆਂ ਬਣ ਨਾਲ ਜਾ, ਕਰੋ। ਤੂੰ ਨਾ ਬਣੀ, ਮੈਂ ਬੰਦਾ ਬਣ ਜਾਗਾ। ਚਲੋ ਠੀਕ ਹੈ। ਨਹੀਂ, ਤੁਸੀਂ ਛੁਰੀ ਵਾਲੀ ਗੱਲ ਦੱਸੋ ਆਪਣੀ ਵੀ। ਮੈਂ ਬੰਦਾ ਬਣ ਜਾਣਾ, ਤੂੰ ਨਾ ਬੰਦਾ ਬਣੀ ਕਦੀ ਵੀ ਨਹੀਂ। ਲਾਨਤ ਨਹੀਂ, ਤੇਰੇ ਤੁਸਾਂ ਦੇ ਛੁਰੀ ਫੜੀ ਤੇ ਉਹ ਸੁਣਿਆ ਇਮਰਾਨ ਕੱਲ ਨੂੰ ਵੀ ਛੁਰੀ ਫੜੀ। ਕਿਉਂ ਤੁਸੀਂ ਛੁਰੀਆਂ ਫੜ ਲੈਂਦੇ ਹੋ ਸਾਰੇ ਮਿਰਜ਼ਾ ਜੀ? ਆਹ ਫੋਨ ਆਇਆ ਜੀ ਕੀਮ ਸਾਹਿਬ, ਫੋਨ ਆਇਆ ਜੀ ਤੁਹਾਡਾ। ਤੇ ਸਾਰੇ ਮਿਰਜ਼ਾਈ ਛੁਰੀਆਂ ਸੱਜੇ ਖੱਬੇ ਧਰ ਕੇ ਬੈਠੇ ਹੁੰਦੇ ਹੋ ਮੋਬਾਈਲ ਦੇ ਅੱਗੇ। ਇਸ ਵੇਲੇ ਵੀ ਛੁਰੀ ਕੋਲ ਹੀ ਹੋਣੀ ਕਿਰੇ। आमिर भाई, मिर्जा साहब आंदे ने कि मुर्गी है ना, जी मुर्गी आंदे ने इंसान की खातर अपनी जान कुर्बान करती है, और मुर्गी नहायत मुश्किल और मुशक्कत के साथ हर रोज इंसान के वास्ते अंडा देती है। बड़ी औखी गल है जनाब, अंडा देना कोई आसान काम थोड़ी। आखिरी सफेर पढ़ियो। लिखी है कि मुर्गी इंसान की खातर अपनी सारी जान कुर्बान करती है, इसी तरह मुर्गी नहायत मेहनत और मुशक्कत के साथ हर रोज इंसान के वास्ते अंडा देती है। ਉਹ ਮਿਹਨਤ ਤੇ ਮਸ਼ੱਕਤ ਨੂੰ ਕਿਹੜੀ ਝੀਲਣੀ ਪੈਂਦੀ ਅੰਡਾ ਦੇਣ ਲੱਗਿਆ? ਇਹ ਮਿਰਜ਼ਾ ਸਾਹਿਬ ਕਿੱਥੇ ਚੈੱਕ ਕਰਦੇ ਰਹੇ ਨੇ ਕਿ ਬਈ ਇੰਨਾ ਜ਼ੋਰ ਪਿਆ ਲੱਗਦਾ ਹੈ, ਇੰਨਾ ਵਕਤ ਹੈ, ਇੰਨੀ ਮਿਹਨਤ ਹੈ, ਇੰਨੀ ਮਸ਼ੱਕਤ? ਕਿੱਥੇ ਇਹ ਦੂਰਬੀਨ ਲਾ ਕੇ ਬੈਠੇ ਸੀ ਮਿਰਜ਼ਾ ਸਾਹਿਬ? और ਇਹਦਾ ਹਵਾਲਾ ਪੁੱਛੋ ਨਾ ਮੇਰੇ ਕੋਲ। ਇਹ ਤਾਂ ਬੜੀ ਮਾੜੀ ਗੱਲ ਮਿਰਜ਼ਾ ਸਾਹਿਬ ਨੇ ਕੀਤੀ ਹੈ। ਭਾਈ ਮਿਹਨਤ ਔਰ ਮੁਸ਼ੱਕਤ ਦੇ ਨਾਲ ਮੁਰਗੀ ਅੰਡਾ ਦਿੰਦੀ ਹੈ, ਹਾਲਾਂਕਿ ਇਹ ਮਿਰਜ਼ਾ ਸਾਹਿਬ ਇਹਦਾ ਸਬੂਤ ਨਹੀਂ ਦੇ ਸਕਦੇ ਕਿ ਮਿਹਨਤ ਔਰ ਮੁਸ਼ੱਕਤ ਨਾਲ ਅੰਡਾ ਦਿੰਦੀ ਹੈ। ਦੇਖੋ ਜੀ, ਜਦੋਂ ਉਹਨਾਂ ਨੇ ਮੁਰਗਾ ਹਲਾਲ ਕੀਤਾ ਸੀ, ਆਖਰ ਉਹਨਾਂ ਦਾ ਜ਼ੋਰ ਤੇ ਲੱਗਾ ਹੋਣਾ ਨਾ, ਫਿਰ ਉਹਨਾਂ ਨੂੰ ਉਹਨਾਂ ਦੀ ਪਾਵਰ ਦਾ ਪਤਾ ਲੱਗ ਗਿਆ ਫਿਰ ਕਿ ਮੁਰਗੇ ਦੀ ਪਾਵਰ ਬਹੁਤ ਹੈਗੀ ਆ। ਮਿਰਜ਼ਾ ਸਾਹਿਬ ਦੇ ਇਸਤਦਲਾਲ ਨਾਲ ਹੋ ਰਹੇ ਮਿਰਜ਼ਾ ਸਾਹਿਬ ਕਿੱਥੇ ਬਹਿ ਕੇ ਮੁਰਗੀ ਨੂੰ ਅੰਡਾ ਦਿੰਦੇ ਆ, ਵੇਂਦੇ ਸਨ ਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਬੜੀ ਮਿਹਨਤ ਕਰ ਰਹੀ ਹੈ। ਕੋਈ ਤਾਂ ਨਾ, ਇਹਨਾਂ ਨੂੰ ਕਿੱਥੇ ਵੇਖਦੇ ਰਹੇ ਨੇ ਦੂਰਬੀਨ ਲਾ ਕੇ, ਤੇ ਇਹਨਾਂ ਨੂੰ ਪਤਾ ਵੀ ਇਹ ਮਿਹਨਤ ਕਰਨ ਲੱਗੀ ਹੈ, ਇੱਥੇ ਮੁਸ਼ੱਕਤ ਕਰਨ ਲੱਗੀ, ਤੇ ਉਹ ਨਿਕਲ ਆਇਆ ਅੰਡਾ। ਲਾ ਹੌਲਾ ਵਲਾ ਕੁਵਤਾ ਇਲਾ ਬਿਲlah। ਸੁਲਤਾਨ ਅਲ ਕਲਮ ਦੀਆਂ ਤਹਿਰੀਰਾਂ ਸਾਰੀਆਂ ਜਿਹੜੀਆਂ ਨੇ ਨਾ, ਇਹ ਤੇ ਤਹਿਰੀਰਾਂ ਨੇ ਜਿਹੜੀਆਂ ਵੇਖ ਕੇ ਤੇ ਮਰਜ਼ਾਈ ਆਂਦੇ ਨੇ ਵੀ ਅਸੀਂ ਕੁਰਾਨ ਦੀ ਇਸ ਨਾਲ ਗੱਲ ਕਰਨੀ। ਇਹਨਾਂ ਤਹਿਰੀਰਾਂ ਦਾ ਅਸੀਂ ਜਵਾਬ ਨਹੀਂ ਦੇ ਸਕਦੇ। ਕੀਮ ਰਾਸ਼ਦ ਸਾਹਿਬ, ਜੇ ਤੁਸੀਂ ਵੀ ਮੁਰਗੀ ਹੁੰਦੇ ਤੇ ਤੁਹਾਨੂੰ ਅੰਡਾ ਦੇਣਾ ਪੈਂਦਾ ਤੇ ਉਹਦੀ ਤੁਹਾਨੂੰ ਬੜੀ ਮੁਸ਼ੱਕਤ ਕਰਨੀ ਪੈਣੀ ਸੀ। ਹਕੀਮ ਸਾਹਿਬ ਦੇ ਕੰਨ ਲਾਲ ਹੋ ਜਾਣੇ ਤੇ ਅੰਡਾ ਦਿੰਦੇ ਆ। ਹੋਈ ਨਾ, ਜੇ ਕੀਮ ਸਾਹਿਬ ਅੰਡਾ ਦੇਣਾ ਪੈਂਦਾ ਕੀਮ ਸਾਹਿਬ ਨੂੰ, ਤੇ ਮਿਰਜ਼ਾ ਸਾਹਿਬ ਨੇ ਦੱਸਿਆ ਕਿ ਅੰਡਾ ਦੇਣ ਲੱਗਿਆ ਤਾਂ ਬੜਾ ਮਸਲਾ ਖੜਾ ਹੋ ਜਾਂਦਾ। ਹਕੀਮ ਸਾਹਿਬ ਅੰਡਾ ਦਿੰਦੇ ਨਾ, ਤੇ ਕੰਨ ਭਾਵੇਂ ਨਾ ਲਾਲ ਹੁੰਦੇ, ਅੰਡਾ ਜ਼ਰੂਰ ਲਾਲ ਹੋ ਕੇ ਨਿਕਲਦਾ ਬਾਹਰ। ਦੇਖੋ ਕੈਸੀਆਂ ਮਿਸਾਲਾਂ ਦਿੱਤੀਆਂ ਨੇ। ਲੋਕੀ ਆਂਦੇ ਨੇ ਵੀ ਖੁਸ਼ੂ ਖਜ਼ੂ ਵਾਲੀ ਮਿਸਾਲ ਮਾੜੀ ਏ। ਮੈਂ ਨਾ ਮਿਸਾਲ ਚੰਗੀ ਕਿਹੜੀ? ਫਿਰ ਮੈਨੂੰ ਆਂਦੇ ਨੇ ਦੱਸ ਤੈਨੂੰ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ 'ਚ ਕੋਈ ਸ਼ੈ ਵੀ ਚੰਗੀ ਨਹੀਂ ਲੱਗਦੀ, ਪਰ ਦੱਸੋ ਕਿਹੜੀ ਚੰਗੀ ਏ? ਇਹ ਮਿਸਾਲਾਂ ਵੇਖੋ ਤੁਸੀਂ, ਇਹ ਇਸਤਦਲਾਲ ਵੇਖੋ ਮਿਰਜ਼ਾ ਸਾਹਿਬ ਦੇ। ਹਕੀਮ ਸਾਹਿਬ ਕਿੱਥੇ ਚਲੇ ਗਏ ਹੁਣ? ਕਿਤੇ ਅੰਡਾ ਦੇਣ ਤੇ ਨਹੀਂ ਚਲੇ ਗਏ ਹਕੀਮ ਸਾਹਿਬ? पूरी इबारत पता है कि लिखी है आमिर भाई? हाँ, पूरी इबारत है लिखी है कि मुर्गी इनफाल फी सबिलिल्लाह का सबक देती है, क्योंकि वो इंसान की खातर अपनी सारी जान कुर्बान करती है और ज़िबा हो जाती है। इसी तरह मुर्गी नहायत मेहनत और मुशक्कत के साथ हर रोज इंसान के वास्ते अंडा देती है। ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ? ਇਹੋ ਹੀ ਤਾਂ ਗੱਲ ਉਹ ਖੁਸ਼ੂ ਖਜ਼ੂ ਵਾਲੇ 'ਚ ਪੜ੍ਹਦੇ ਸੀ ਵੀ ਇਹ ਮਿਰਜ਼ਾ ਸਾਹਿਬ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਰੰਡੀ ਦਾ ਨਾਮੇ ਨਿਹਾਨੀ ਵਿੱਚ ਤੇ ਦੂਜੇ 'ਚ ਕੀ ਫਰਕ ਹੁੰਦਾ ਹੈ? ਕਿਸ ਤਰ੍ਹਾਂ ਇਹਨਾਂ ਨੂੰ ਪਤਾ? ਤਜਰਬਾ ਕੀਤਾ ਇਹਨਾਂ ਨੂੰ ਤਾਂ ਪਤਾ ਲੱਗਿਆ।
ਆਮ ਬੰਦਾ ਇਹ ਮਿਸਾਲਾਂ ਕਿਸ ਤਰ੍ਹਾਂ ਦੇ ਸਕਦਾ ਜਿਹਨੇ ਇਹ ਤਜਰਬਾ ਨਹੀਂ ਕੀਤਾ? ਇਹ ਤਾਂ ਕੋਈ ਸਾਹਿਬ ਤਜਰਬਾ ਹੀ ਇਹ ਗੱਲ ਦੱਸ ਸਕਦਾ ਨਾ। ਕੀਮ ਸਾਹਿਬ ਆ ਗਏ ਹੋ? ਕੀਮ ਸਾਹਿਬ ਅੰਡਾ ਪਿਆ ਜੇ, ਇਹ ਚੱਕ ਲੋ। ਹਕੀਮ ਸਾਹਿਬ ਆਂਡਾ ਦੇ ਰਹੇ ਨੇ ਜੀ। ਇੰਝ ਹੀ ਲੱਗਦਾ ਹੈ। ਅੱਛਾ ਇੱਕ ਹਵਾਲਾ ਹੋਰ ਸੀ, ਲੇਕਿਨ ਕਿਉਂਕਿ ਮੇਰੇ ਕੋਲ ਇਸ ਟਾਈਮ ਪਿਆ ਨਹੀਂ, ਮੈਂ ਇਸ ਵਾਸਤੇ ਪੜ੍ਹਦਾ ਨਹੀਂ ਪਿਆ ਕਿਉਂਕਿ ਅਗਰ ਕਿਸੇ ਮੰਗ ਲਿਆ ਤੇ ਉਹ ਮੁਸ਼ਕਲ ਹੋ ਜਾਏਗੀ। ਮਿਰਜ਼ਾ ਸਾਹਿਬ ਇੱਕ ਜਗ੍ਹਾ ਤੇ ਲਿਖਿਆ ਹੈ ਕੁੱਤੇ का अंडा। ਕੁੱਤੇ ਦਾ ਅੰਡਾ? ਹਾਂਜੀ ਕੁੱਤਾ ਕਿੱਥੇ ਅੰਡਾ ਦਿੰਦਾ ਹੈ? ਲਿਖਿਆ ਉਹਨਾਂ ਕੁੱਤੇ का अंडा। ਉਸ ਤੋਂ ਬਾਅਦ ਟਿੱਡੀਆਂ ਦੇ ਅੰਡੇ। ਓਹੋ ਮਿਰਜ਼ਾ ਸਾਹਿਬ ਨੂੰ ਕੀ ਹੋ ਗਿਆ? ਟਿੱਡੀਆਂ ਦੇ ਹੋ ਗਏ, ਕੁੱਤੇ ਦਾ ਅੰਡਾ ਤੇ ਨਹੀਂ ਕਦੀ ਹੋਈ ਐਸੀ ਗੱਲ। ਇਹ ਮਿਰਜ਼ਾ ਸਾਹਿਬ ਨੂੰ ਅੰਡੇ ਬੜੇ ਪਸੰਦ ਸਨ। ਸੁਲਤਾਨ ਅਲ ਕਲਮ ਜੋ ਹੈ ਭਾਈ। ਅੱਛਾ ਮੈਂ ਕਰਨੀ ਹੈ 10 ਮਿੰਟ ਦੀ ਬ੍ਰੇਕ ਤੇ ਮੈਂ ਥੱਲੇ ਉਤਰਨਾ ਤੇ ਥੱਲੇ ਬੰਦੇ ਕਾਲਾਂ ਪਾਈਆਂ ਨੇ ਤੇ ਉਹ ਲੈ ਲਓ। ਤੇ ਸ਼ੇਖ ਸਾਹਿਬ ਤੁਹਾਡਾ ਕੀ ਤਬਸਰਾ ਹੈ ਇਸ ਜੰਬਾ ਸਾਹਿਬ ਦੇ ਫੈਸਲੇ ਉੱਤੇ ਕਿ ਮਿਰਜ਼ਾ ਸਾਹਿਬ ਨੂੰ ਇਤਿਹਾਦੀ ਗਲਤੀ ਲੱਗੀ ਹੋਣੀ ਹੈ ਮਸੀਹ ਮੌਤ ਦਾ ਦਾਵਾ ਕਰਨ ਦੀ? ਪਤਾ ਨਹੀਂ ਜੀ, ਮੈਂ ਤੇ ਜੰਬਾ ਸਾਹਿਬ ਦਾ ਕੋਈ ਗੌਰ ਨਹੀਂ ਫਰਮਾਇਆ ਜੇ ਤੇ ਜੋ ਵੀ ਉਹ ਫਰਮਾ ਰਹੇ ਨੇ ਉਹ ਗੌਰ ਰੋਜ਼ ਫਰਮਾਵਾਂਗੇ ਤੇ ਫਿਰ ਹੀ ਕੋਈ ਰਾਏ ਕਾਇਮ ਕਰਾਂਗੇ। ਜੰਬਾ ਸਾਹਿਬ ਦੀ ਗੱਲ ਤੇ ਗੌਰ ਫਰਮਾਉਣ ਦੀ ਬਜਾਏ ਮਿਰਜ਼ਾ ਸਾਹਿਬ ਦੀ ਗੱਲ ਤੇ ਗੌਰ ਫਰਮਾਉਣ ਦੀ ਜ਼ਰੂਰਤ ਹੈ ਵੀ ਮਿਰਜ਼ਾ ਸਾਹਿਬ ਨੇ ਮਸੀਹ ਮੌਦ ਹੋਣ ਦਾ ਦਾਵਾ ਕਿਸ ਬਿਨਾ ਤੇ ਕੀਤਾ ਹੈ? ਇਹ ਤਾਂ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ। ਨਹੀਂ ਦਾਵਾ ਤੇ ਉਹਨਾਂ ਦਾ ਇਲਹਾਮ ਦੀ ਬਿਨਾ ਤੇ ਹੀ ਹੈ ਨਾ। ਹਾਂਜੀ ਤੇ ਉਹ ਇਲਹਾਮ ਅਗਰ ਅਬਦੁਲ ਗਫਾਰ ਜੰਬਾ ਸਾਹਿਬ ਨੂੰ ਹੋਇਆ ਹੋਵੇ ਤੇ ਫਿਰ ਉਹ ਕੀ ਕਹਿੰਦੇ ਨੇ ਕਿ ਮਸੀਹ ਮੌਦ ਮੈਂ ਹਾਂ? ਹਾਂ ਕਿਉਂ ਕਹਿੰਦੇ ਨੇ? ਫਿਰ ਹੁੰਦੇ ਹੋਣਗੇ। ਤੁਸੀਂ ਕਹਿ ਸਕਦੇ ਹੋ ਕਹਿੰਦੇ ਹੋਣਗੇ ਤੇ ਫਿਰ ਹੁੰਦੇ ਹੋਣੇ ਨੇ। ਨਹੀਂ ਤੁਸੀਂ ਅਸੀਂ ਉਹਨਾਂ ਨਾਲ ਲੜਾਈ ਦੀ ਨਾ ਪਾਣੀ ਕਿ ਨਹੀਂ ਤੁਸੀਂ ਨਹੀਂ ਹੋ, ਉਹ ਕਹਿੰਦੇ ਨੇ ਤੇ ਫਿਰ ਹੁੰਦੇ ਹੋਣਗੇ। ਉਹਨਾਂ ਦੇ ਜੋ ਦਾਅਵੇ ਉਹ ਜਾਣਨ, ਉਹਨਾਂ ਦੇ ਜਿਹੜੇ ਮੰਨਣ ਵਾਲੇ ਨੇ ਉਹ ਜਾਣਨ। ਅਸੀਂ ਉਹਨਾਂ ਦੇ ਦਾਅਵੇ ਤੇ ਕੁਝ ਨਹੀਂ ਕਹਿੰਦੇ, ਕੋਈ ਗੱਲ ਨਹੀਂ ਕਰਦੇ। ਅਸੀਂ ਨਹੀਂ ਕਹਿੰਦੇ ਝੂਠੇ ਨੇ, ਅਸੀਂ ਨਹੀਂ ਕਹਿੰਦੇ ਸੱਚੇ ਨੇ। ਜੋ ਕਹਿੰਦੇ ਨੇ ਕਹਿਣ, ਠੀਕ ਹੈ, ਉਹਨਾਂ ਦਾ ਹੱਕ ਹੈ। ਨਹੀਂ ਅਸਾਂ ਵੀ ਇਸ ਗੱਲੇ ਨਹੀਂ ਲਾਇਆ ਪੋਸਟਰ ਵੀ ਤੁਸੀਂ ਉਹਨਾਂ ਨੂੰ ਝੂਠਾ ਜਾਂ ਗਾਲਾਂ ਗੂਲਾਂ ਕੱਢੋ। ਅਸੀਂ ਇਸ ਗੱਲੇ ਲਾਇਆ ਹੈ ਕਿ ਇਹ ਇਮਕਾਨ ਹੈ ਕਿ ਮਿਰਜ਼ਾ ਸਾਹਿਬ ਨੂੰ ਇਜਤਿਹਾਦੀ ਗਲਤੀ ਲੱਗ ਗਈ ਹੋਵੇ ਦਾਵਾ ਕਰਨ ਲੱਗਿਆ। ਮੇਰਾ ਨਹੀਂ ਖਿਆਲ। ਉਹਨਾਂ ਨੇ ਤੁਹਾਨੂੰ ਦੱਸਿਆ ਸਾਹਿਬ ਨੂੰ ਉਹਨਾਂ ਨੇ ਦੱਸਿਆ ਹੈ ਕਿ ਮੈਨੂੰ ਕਿਹੜੇ ਇਲਾਮਾਂ ਦੇ ਬਾਰੇ ਚ ਮੈਂ ਨਹੀਂ ਕੋਈ ਤਸਦੀਕ ਕਰਦਾ ਤੇ ਕਿਹੜੇ ਬਾਰੇ ਚ ਕਰਨਾ ਵਾ। ਤੇ ਜੇ ਉਹ ਇਲਾਮ ਉਹਨਾਂ ਇਲਾਮਾਂ ਵਿੱਚੋਂ ਜਿਹਦੇ ਚ ਤਸਦੀਕ ਨਹੀਂ आमिर ਕਰਦਾ। नजीर भाई, आमिर नजीर साहब, जी सुन रहा हूँ मैं। ये सीरतुल मेहदी कितने जिल्दों में है? 3 जिल्दों में। 2 मेरे जिल्दें पास अभी दो। तो पड़ी हुई। मेरे पास तो 2 ही हैं। तो वो कैसे ढूंढे ये अंडा कुत्ते का? वो नंबर चेक करें ना, रवायत का नंबर तो वो जाहिद अस्कानी साहब एक सीरतुल मेहदी लाहौर जमात ने भी लिखी है, वो नहीं पढ़ते आमिर नजीर साहब, क्योंकि उसके अंदर मजे की बातें नहीं लिखी हुई जो मिर्जा बशीरुद्दीन महमूद साहब ने लिखी हैं, वो उनको पसंद नहीं आती। नहीं, ये कौन सी जिल्द में है ये? क्या नाम है अभी भाई ने जो बात की? नंबर देखें जी, ये इनको आमिर नजीर साहब को पूछे, मिर्जा साहब ने अपनी किसी किताब में लिखा है कि मुर्गे शुर्गे वाला चक्कर सर के ऊपर दिबा करके बांध लो, ये कर लो, वो कर लो। नहीं भाई ये बात ये कि कुत्ते का अंडा, ये तो अजीब बात हो गई ना। तो ये बातें सारी जिसने की हैं उससे जाके पूछे, मिर्जा साहब ने नहीं की हुई। ठीक है भाई, नाराज ना हो, देखना तो नहीं, चाहते मैं हैं क्या लिखा नाराज हुआ। नहीं हो रहा हूँ। देखे ना पीर अस्कानी साहब, मैं कहूँ कि पीर अस्कानी के बारे में आमिर नजीर साहब ने ये बयान किया है, कोई पूछे यार पीर अस्कानी साहब से किसी ने सुना है या उन्होंने किताब लिखी है? जी नहीं, उन्होंने तो नहीं लिखी। उन्होंने आमिर नजीर तो कह रहे हैं ना कि पीर अस्कानी साहब ने ये कहा वो कहा है। जी समझ रहे हैं? तो इतना ही तो हम कह रहे हैं कि सीरतुल मेहदी जो लिखी गई उसमें ये कुत्ते का अंडा, ये क्या तमाशा है, ये क्या बात है? मैंने आपको उसका बता दिया कि सीरतुल मेहदी एक लाहौर जमात की वेबसाइट पे है, वो भी पढ़ें। उसमें से कुत्ते का अंडा क्या गधे का निकाल के दिखाएं। कुत्ते ये का बातें अंडा करें ना। ये देखने तो दो।
आमिर देखने नजीर तो साहब दो यही लिखा अंडा हुआ या नहीं देते लिखा हैं। हुआ। पीर यही साहब कुत्ते लिखा हैं हो और यही या अंडा ना देते लिखा हैं। हो, बात उसकी होगी जिससे मंसूब की जा रही है। भाई ठीक है, मैं तो आपसे नहीं पूछ रहा, मुझे तो देखने दो, ये क्या हाँ कर रहे देखिए, हो? मैंने कब कहा आमिर नजीर साहब को कहीं आपको वाला दें। वही ना। अच्छा भाई, ये भाई जो बता रहे थे कहाँ है वो, कौन से 2 ही जिल्दे हैं मेरे पास। अस्कानी साहब ये झूठे हैं, झूठ बोलते हैं। पीर साहब ये जो लानतुल्लाह अलल काज़िबीन, फिर साहब झूठों पर मोहम्मद अल्लाह सफा की नंबर लानत है। 27 जी को ये कटो। कह रहे हो आप अब्दुल्ला नहीं साहब? है ना भाई, 2 ही जिल्दे हैं भाई। अब्दुल्ला अच्छा, साहब, सुनिए। आपने इनको सिर्फ एक ही बात कहनी है कि मुझे मिर्जा साहब की किताब से दिखाओ लिखा हुआ। ये अच्छा, कभी ये क़यामत जो- वाले दिन तक नहीं दिखा ये सकते। झूठे चुप हैं नहीं करो मेरे भाई, यार। हफीज भाई ये झूठे हैं। जी। अच्छा पीर साहब, ये जो जी। मुर्गी मुर्गी हाँ, जो सर मुर्गी ज़िबा करके जो सर पे बांधी है ना, हाँ, वो 511 नंबर की कहानी है। 500 कौन सी जिल्द में मिलेगा? वो आप कहानी आप चेक करते जाए ना, अब आपको पता चल जाएगा कौन सी, शायद हो सकता है दूसरी जिल्द में होगी। 511 नंबर की है कहानी। 500 नंबर 11, हाँ, रिवायत नंबर 511। वो हाँ, जो लिखी होती है ना रिवायतें लिखी होती है। क्या मुर्गी बड़े मुशक्कत से अंडा देती है? क्या है ये, क्या है मतलब? वो नहीं, वो दूसरा हवाला, वो मलफूजात का है। अच्छा, ये मुर्गी ज़िबा करके जो बुखार में सर पे बांधते हैं ना, ये उसका है। नहीं वो जो बड़ा मुशक्कत है, मुशक्कत से जो है वो वो मलफूजात का है, वो भी चाहिए। ना हंसे ना भाई, ना हंसे ना, हंसे नहीं ना, हंसने का क्या क्या वो फायदा? सेंड कर देता हूँ मैं आपको, वो आपको पर्सनल में सेंड कर देता हूँ। गधे का अंडा? नहीं, वो मुशक्कत वाला अंडा। मुशक्कत हो। चले मैं देख रहा हूँ, 511 गधे का बताया था अंडा, आपने। कुत्ते का अंडा नहीं, कुत्ते का अंडा या गधे का अंडा? जी भाई। ये सब वो भी तो अस्कानी साहब? अपने बुजुर्गों के भी तो कमालात सुनाए ना, जिन्होंने मुर्गी खा के उसकी हड्डियां चबा के फेंक दी। औरत ने आके कहा मेरे बच्चे को दाल खिलाते हो, खुद मुर्गियां खाते हो। उन्होंने फिर फूंक पड़ के मारी हड्डियों के ऊपर, वो मुर्गी बन के उठ के निकल गई। वो कौन सुनाएगा कहानी? ये कौन से, किधर है, कौन सी किताब में ये दिखाई अबू है? बकर मीर साहब से पूछें, ये नहीं, कौन से बात आला आप- हजरत के कमाल हैं ये? भाई ये बात आप कर हजरत रहे के कमाल आप हैं, मुर्गियों को, ये मरी हुई मुर्गियों को जिंदा करते नहीं, आपसे कोई ना पूछे भजन, इज्जत से बात करो ना, काला शाला क्या जरूरत है? हैं? नहीं, वो उनका मैं हकीम साहब काला को था। कह रहा हूँ। देखें, बात सुने, उनका हकीकत में रंग काला था और अच्छा इंतहाई सुने काला ना, था। उनको सब सुने, काला सुने। हजरत कहते हैं। अस्कानी साहब सॉरी, मैंने सुन के कहा। उनके गलत किताबों अच्छा, शेख में साहब- लिखा हुआ है कि उनका रंग काला, शेख साहब- बहुत सख्त काला था। अच्छा वो कहानियां लिखी हुई है, मैं कहता हूँ वो कहानियां लिखी हुई हाँ, तो वो भी है। आप भी कहें मिर्जा साहब ने कहानियां लिखी है। अबू बकर मीर साहब वो भी बयान किया करे ना कि आला हजरत ने मरी हुई मुर्गी जिंदा कर दी, खाई हुई हड्डियां और मैं चबा के कह तो फेंकी रहा हुई। हूँ, कह तो रहा हूँ कि वो कहानियां लिखी हुई हैं। आप भी कहें मिर्जा साहब ने कहानियां लिखी मिर्जा है। साहब ने तो लिखी ही नहीं। तो ये किसने लिखी है? मलफूजात किसकी है मिर्जा साहब ने कोई ऐसी बात नहीं लिखी। भाई? मलफूजात अल हकम का हवाला है, आप और अल हकम अखबार जो है, ये मिर्जा साहब कहते हैं कि मेरा दाया और बायां बाजू है अल हकम वाला बंदा। आप अपनों की कहानियां क्यों कह रहे हैं? वो भी तो उन्होंने लिखी हैं, वो भी पढ़ के कसीदे सुनाया करें ना, ताकि लोग आगे से सुभान अल्लाह कहेंगे। लो जी, आला हजरत ने खा के ओ शेख साहब, भाई, वो मेरे मुर्गी अंदर ज्यादा भाईजान आपको इजाजत है, आप लाइए ना, क्या किसने मना किया? मेरे अंदर हिम्मत है, मैं कह रहा हूँ कि वो कहानियां लिखी हैं। आप भी हिम्मत करें, कहें मिर्जा साहब ने कहानियां लिखी हैं। ये हाँ जी, कह दें आप भी, क्या जान छूट सी आपकी, क्या इतना हौसला तो अंदर आपके है नहीं, तो आप मिसाल किस लिए दे रहे हैं? मैं तो साफ कह रहा हूँ कहानियां। मिर्जा साहब ने लिखी हो तो मैं कहूँ ना कहानियां लिखी, जब लिखी ओ नहीं। भाई, अल हकम का आला हजरत हवाला ने है, तो अल लिखी हकम है, का। आला हजरत ने तो लिखी है। लेकिन ओए, ये अल हकम का हवाला है। मिर्जा साहब कहते हैं कि अल हकम और अल बदर मेरा दाएं और बायां बाजू है। हाय हाय। आमिर रजीज साहब, ये कुत्ते का अंडा वाकईतन आपने पढ़ा? इनको पीर साहब वो कहानियां सुना करें कि वो कब्र में फरिश्ता आया, उसने कहा तुम कौन हो? मैंने कहा मैं फलां का धोबी हूँ, अब्दुल कादिर जिलानी का धोबी हूँ मैं। उसने कहा तुम्हारा मुर्गा हलाल करके तो उसने रखा था मिर्जा निजामुद्दीन के सर पे। वो कहानी ना सुनाए जो मिर्जा साहब वो चिल्ला उसका कशी कभी करके कहा वापस आ रहे थे। अभी और वो भी एक- वाकया सुनाओ। अरे भाई, रज़विया से झगड़ा वो मत भी करो ना। सुनाओ। झगड़ा जो ना करो काले ना। हजरत ओहो, काला क्यों कह रहे हो भाई? इज्जत से, इज्जत से। कालू हजरत ने लिखे, ओए, कालू मिर्जा कादियानी था, ना ना शिया काला था, ना, जवाब ना दो, नाराज हो हजरत जाएंगे। ने जो लिखा है, मिर्जा कादियानी शिया काला था। तो कालू हजरत ने क्या लिखा है?
बल्कि मिर्जा साहब जो है ना वो इंसान की जाए नफरत बल्कि थी। बुल्के और बल्कि को जाए नफरत पता है किसको कहते हैं? छोड़ो हमें जी, बताएं। हजरत की वो सलवार उतार के देखना पड़ेगा शीशे के सामने खड़ा होके। ला हौला वला की बातें बताओ। हाँ मिर्जा साहब ने लिखा हुआ है मैं इंसान की जाए नहीं कानू नफरत। हजरत ने क्या लिखा है? बकवास बात कानू हजरत ने क्या लिखा है? मिर्जा साहब खुद लिखा हुआ है मैं मुबारक इंसान हो की जो जाए नफरत। आया साहबा से मिला जब मुझको पाया। एक मिनट भाई, एक मिनट सुन लीजिए जी भाईजान, सुन लीजिए आशा काला भाई, है रिवायत सुन लीजिए। दिलदार, काला रिवायत तो आशा सुन लीजिए। काला है। हाँ जी सुनाए जी, सुनाए, खामोश हो जाइए जी, सुने सुने। भाई रवायत तो सुन लीजिए। हाँ जी सुनाए जी। रिवायत नंबर है 157। बिस्मिल्लाहिर्रहमानिर्रहीम। खाकसार अर्ज करता है कि हजरत इंशाल्लाह, अच्छा मैं खाना मेरा तैयार हो गया, मैं खा लेता हूँ। हजरत मैं अपने असहाब के मुतल्लिक अपने अशार में लिखा, मुबारक वो जवाब ईमान लाया, मुबारक वो जवाब ईमान लाया, सहाबा से मिला जब मुझको पाया, वही मैं उनको साकी ने पिला दी, तो सुबहान अल्लज़ी अख़ज़ा अल हयादी। क्या बात है, कितना अच्छा शेर है भाई ये जी। बात हो रही है जी बीच में, जी अफगानी साहब वो अभी आप पीने बात पीने की कर बात रहे हो थे। रही है बीच में, तो क्या बात हो रही है? जी जी पीने की बात हो रही है, कोई अल्कोहल पीने की ऐसा कुछ। असकानी भाई अभी आप बात जी। कर रहे थे वो कुत्ते का अंडा जो है वो क्या क्या चक्कर है? वो मैं यकीन करे दिल करता है हंसू, क्या करूं कि कुत्ते का अंडा भाई ये किधर लिखा हुआ है? ये हकीम साहब निकालने नहीं दे रहे हैं, हम क्या करें, नाराज हो रहे हैं वो लिखा नाराज। किधर हुआ है? हमें बताएं तो सही, कुत्ते भी अंडा देते हैं? ये देख भाई क्या करें, अस्तगफिरुल्लाह। हकीम साहब निकालने नहीं दे रहे ना, हम क्या करें। आप निकाले हैं कि साहब चले गए हैं? अच्छा चलिए मैं भी निकाल रहा हूं। बात करें, मैं इतने में निकाल लूंगा। अस्सलामु अलैकुम रहमतुल्लाहि व बरकातहू। जो भाई मैंने आपको बहुत शेयर किया, आप आए नहीं, उस टाइम पे बहुत ज़रूरत थी आप। ओह सॉरी जी, मैं इधर हकीम साहब एक आए हुए थे तो हम शुगर लगा रहे थे उनसे। वो शुगर मुगल ਇਹੋ ਜਿਹੇ 4-5 ਪਾਗਲ ਹੋਰ ਲੱਭ ਕੇ ਨਾ ਜਮਾਤੇ ਆਂਦੀਆਂ ਨੇ। ਮਿਰਜ਼ਾ ਸਾਹਿਬ ਦੀ ਜਿਹੜੇ ਕੱਪੜੇ ਹਨ ਨਾ ਉਹ ਵੀ ਲੈ ਜਾਣੇ। मिर्जा साहब के नुस्खे हम हकीम साहब को दे रहे थे, उनको पसंद नहीं आ रहे थे। हमने कहा हकीम साहब हैं, चले इनका कोई काम चलेगा। ओ मौलाना अबू बकर वो कुत्ते के अंडे वाला की चक्कर ही? यार साकी भाई मैं ਉਹ ਦੱਸਿਆ ਵੇ ਕਿ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਤੇ ਮੋਬਾਈਲ ਉਹ ਦੂਸਰਾ ਪਿਆ ਰੂਮ ਤੇ ਉਹ ਹਵਾਲਾ ਇਸ ਟਾਈਮ ਕੋਈ ਮੇਰੇ ਕੋਲ, ਮੈਂ ਐਵੇਂ ਹੀ ਸੁਣਾਇਆ, ਮੈਂ ਕਿਹਾ ਮੈਂ ਪੜਿਆ ਕਿ ਕੁੱਤਾ ਵੀ ਅੰਡਾ ਦਿੰਦਾ ਹੈ। अल्लाह यार ਅਸੀਂ ਕਿਹੜੀ ਦੁਨੀਆ ਤੇ ਆ ਗਏ ਆ ਯਾਰ। एक बार पता की होया, मिर्जा साहब जा रहे सन। मैं आप लोगों को एक बात बताऊं, आप कोई ये हवाले ऐसे ही मांगते हैं, कोई बात भी अपने से बना के कह दें, मर्ज़ई मान जाएंगे कि मिर्जा साहब ने जरूर लिखी होगी। ये इतना डर गए हैं मिर्जा साहब से। अच्छा अपना अबू बकर मीर भाई वो हवाला केड़ा कि मैं वेख्या मैं बकरियां अपने सिर ते रख लईयां, तेरे बिल्ली ना चुक के लै जे। ਚੱਲ ਉਹ ਕੀ ਉਹ ਵਾਲਾ ਪਿਆ ਜੀ, ਬੱਕਰੀਆਂ ਵੀ ਸਿਰ ਤੇ ਧਾਰ ਲਈਆਂ। ਆ ਬੱਕਰੀਆਂ ਸਿਰ ਤੇ ਮੇਰੇ ਕੋਲ ਤੇ ਆਵਾਜ਼ ਹੀ ਬੰਦ ਹੋ ਗਈ ਹੈ। ਚਲੋ ਹੋ ਗਈ ਨਾ ਬੰਦ ਆਵਾਜ਼। ਵਾ ਯੂਸਫੀ ਜਿਹੜੇ ਤੂੰ ਲੈ ਲੈ ਵੇਚਣਾ ਵੇ ਮਿਰਜ਼ਾ ਸਾਹਿਬ ਵਾਲੇ ਸਿਰ ਵਾਲੇ ਤੇ ਨਹੀਂ? ਨਹੀਂ ਉਹ ਬੱਕਰਾ ਨਹੀਂ ਥਾ, ਉਹ ਉਹਨਾਂ ਨੇ ਮੁਰਗਾ ਚੁੱਕ ਕੇ ਰੱਖਿਆ ਸੀ, ਲੇਕਿਨ ਬੱਕਰਾ ਬੁਖਾਰ ਗਾਇਬ ਤੇ ਹੋਇਆ ਸੀ। ਰੱਖਿਆ ਸੀ ਨਾ, ਬੁਖਾਰ ਤੇ ਬੰਨਿਆ ਸੀ ਨਹੀਂ ਨਹੀਂ ਕਿ ਮੁਰਗਾ ਸਿਰ ਤੇ ਬੰਨੋ ਬੁਖਾਰ ਠੀਕ ਹੋ ਜਾਏਗਾ। ਨਹੀਂ ਇੰਜ ਉਹ ਹੋਰ ਹੈ, ਇਹ ਹੋਰ ਗੱਲ।
ਦੱਸੋ ਯਾਰ ਹੈ ਕੋ ਬੇਵਕੂਫਾਂ ਦਾ ਵੀ ਉਹਦੇ ਆਈ ਚ ਜੀ ਕਿਹਾ ਸੀ ਮੁਰਗਾ ਸਿਰ ਤੇ ਬੰਨੋ ਤੇ ਬਹਾਰ ਵੱਲ ਹੋ ਜਾਏ साकिब साहब, जी जम्बा साहब के आपने जो जुमे को तकरीर की है सुनी है? हाँ जी सुनिए पीर साहब जम्बा साहब भी जो है ना वो भी बस देख लें आप। कमाल कर रहे हैं और ये जम्बा साहब को इनके सिटी में ना जिधर ये रहते हैं जी उस सिटी में भी लोग कोई नहीं जानते इतने मशहूर हैं देखें जी, कादियान में एक शख्स पैदा हुआ, वो शख्स चला गया सियालकोट। सियालकोट वो 4 साल रहा तो उसके बाद उसको कोई जानता नहीं था कादियान में। जब वो वापस आया तो इतना मशहूर हुआ। ये कैसे कह सकते हैं आप? बंदा अपनी आदतों और क्या चीज़ है दावों से बचाना चाहता है। ऐसी बात है साकी भाई? हाँ, तो बात कोई भी नहीं सियालकोट जाने से पहले बता दें ना उसने बाबा तो क्या वाकया किया था। मशहूर तो होना ही था। गए थे ना तो वो इमाम दीन इनको बहला फुसला के ले गया था जी। वो 700 रुपया कुछ पेंशन थी दादा अबू जान की, वो लेके तितर हो गए। इसका नाम गुलाम सुंदी था। सुंदी, गुलाम सुंदी इनको घर में कहते थे प्यार से। नहीं ऐसे नाम है। हाँ जी, हाँ जी। ਇਹ ਤੁਸੀਂ ਸਹੀ ਵਾਕਈ ਕਿਧਰੇ ਪੜਿਆ ਵੇ ਗੁਲਾਮ ਸੋਂਦੀ ਹੈ ਕਿ ਗੁਲਾਮ ਸੁੰਡੀ ਹੈ ਨਹੀਂ ਉਹਨਾਂ ਦੇ ਨਾਂ ਲਿਖੇ ਨੇ ਜਿਹੜੇ ਨਾਂ ਲਿਖੇ ਨੇ ਨਾ ਸੁੰਡੀ ਸੁੰਦੀ ਅੱਛਾ ਸੁੰਡੀ ਨਹੀਂ ਉਹ ਜਿਹੜਾ ਹਕੀਕਤਾਂ ਜਿਹੜਾ ਲਿਖਿਆ ਹੈ ਨਾ ਉੱਥੇ ਲਿਖਿਆ ਵੇ ਇਹ ਸੁੰਦੀ ਜਾਂ ਸਿੰਧੀ ਨਹੀਂ ਸਿੰਧੀ ਨਹੀਂ ਹੈ, ਸੁੰਦੀ ਹੈ, SO ਹੈ ਜਾਂ ਦਸਵੰਦੀ, 3 ਨਾਂ ਲਿਖੇ ਨੇ। अच्छा मेरी आवाज आउंदी? बड़ी आवाज आ रही है अबू बकर मीर। मेरी आवाज आ रही है अबू बकर मीर भाई ਉਹ ਹਵਾਲਾ ਚਾਹੀਦਾ। ਨੈਟ ਦਾ ਸਤਿਆਨਾਸ਼ ਹੋਇਆ ਹੈ। ਨੈਟ ਮੈਂ ਤੁਹਾਨੂੰ ਲਵਾ ਕੇ ਦੇਣਾ। ਕਰੋ ਤੁਸੀਂ ਗੱਲ, ਮੈਂ ਨੈਟ ਸਹੀ। ਮਿਰਜ਼ਾ ਸਾਹਿਬ ਨੇ ਨਾ ਆਪਣੇ ਨਾਨਕਿਆਂ ਦਾ ਵਾਕਿਆ ਲਿਖਿਆ ਹੈ ਕਿ ਮੈਂ ਉੱਥੇ ਜਾਣਾ ਸਾਂ ਤੇ ਮੈਨੂੰ ਉੱਥੋਂ ਦੇ ਜਿਹੜੇ ਲੋਕ ਨੇ ਨਾ ਉਹ ਮੈਨੂੰ ਇਹ ਕਹਿ ਕੇ ਬੁਲਾਉਂਦੇ ਸਨ। ਉਹ ਨਾਨਕਿਆਂ ਦੇ ਵਿੱਚ ਉਹਨਾਂ ਨੇ ਨਾਮ ਰੱਖਿਆ ਹੋਣਾ, ਨਿਕਨੇਮ ਰੱਖ ਦਿੰਦੇ ਨਾ ਜਿਵੇਂ ਸੁੰਦੀ ਜਾਂ ਦਸਵੰਦੀ, ਉਹ ਉਹਨਾਂ ਨੇ ਲਿਖੇ ਆ ਪਈ। ਤੇ ਉਹ ਵਿੱਚ ਉੱਥੇ ਸਰਕੁੰਡੇ ਦਾ ਵੀ ਚਿੜੀਆਂ ਫੜ ਕੇ ਤੇ ਸਰਕੁੰਡੇ ਦੇ ਨਾਲ ਜ਼ਿਬਾ ਕਰਦੇ ਹੁੰਦੇ ਸਨ। ਉਹ ਜਿਹੜੀ ਹਕੀਕਤ ਗੱਲ ਉਹ ਇਹੀ ਹੈ ਕਿ ਉਹਨਾਂ ਨੂੰ ਸੁੰਦੀ ਜਾਂ ਦਸਵੰਦੀ ਉਹਨਾਂ ਨੇ ਲਿਖਿਆ ਹੈ ਕਿ ਮੈਨੂੰ ਇਹ ਕਹਿ ਕੇ ਬੁਲਾਉਂਦੇ ਹੁੰਦੇ ਸਨ ਉਹਨਾਂ ਦੇ ਨਾਨਕਿਆਂ ਦੇ ਵਿੱਚ ਜਦੋਂ ਉੱਥੇ ਨਨਿਹਾਲ ਜਾਂਦੇ ਸਨ ਆਪਣੇ। ਅਬੂ ਬਕਰ ਮੀਰ ਭਾਈ ਉਹ ਹਵਾਲਾ ਚਾਹੀਦਾ ਜਿਹਦੇ ਚ ਉਹ ਆਖਦੇ ਨੇ ਕਿ ਮੈਂ ਅੱਗੇ ਗਿਆ, ਮੈਂ ਸਿਰ ਤੇ ਰੱਖ ਲਈਆਂ, ਮੁਰਗਾ ਮੈਂ ਕੱਚ ਚ ले लिया, चौक पे लबने हैं। अच्छा पीर साहब, मिर्जा साहब ने एक बड़ी अच्छी बात लिखी हुई है। हाँ, मिर्जा साहब कहते हैं कि ये बड़ी गौर व फिक्र वाली बात है जी जी। और लाजवाब कर देने वाली बात है कि एक अंडे के अंदर रूह कैसे इंटर होती है और अगर अंडे के अंदर बच्चा मार जाए तो रूह कैसे निकल जाती है। तो आप मर्जियों से सवाल किया जा सकता है ना कि ये भाई बताओ अकल से। उन्होंने खुद बताया कि क्या होता है, किस तरह होता है। मिर्जा साहब तो लाजवाब है ना, वो कहते हैं कि अकल मौफ है। हाँ, मिर्जा साहब को तो खुद को नहीं पता ना, वो इसीलिए तो वो रिसर्च कर रहे हैं ये कैसे हो सकता है। एक और हवाला है कि मिर्जा साहब ने कहा गुलहरी के सर पे डंडा मारे वो गुलहरी मर जाए। अब अकल तो यही कहती है कि अंडे में कोई शराब होता है। ये तमाम हवालजात सीरतुल मेहदी से है ना। ये जो मैंने रूह वाला आपको बताया ना, ये तो रूहानी जान का। अच्छा पीर साहब एक चीज बताएं, गुलहरी के सर पे डंडा मारे गुलहरी मर जाए, गुलहरी है क्या? चलो ये तो मालूम हो जाए। गुलहरी गुलहरी गुलहरी। और नीचे एक भाई पूछ रहे हैं कि वो जो मोहम्मदी बेगम की शलवार सूंघने का वाकया वो क्या ये सही है? यार वो कहीं कोई नहीं मिलता कहीं। अच्छा कोई नहीं मिलता यार वो ये वाकया जो है ना ये सीना बसीना ये कोई किताबों में नहीं है ये वाकया, ये मुखालिफ का कौल है, किसी ने कहा हुआ अपने, इसको तो आप कोई दलील के तौर पर नहीं पेश कर सकते।
یہ جیسے ربوہ کا راسپوٹین یا اس طرح کی کتابیں نا، وہ مخالف کا قول انہوں نے لکھا ہوا ہے کہ جی وہ اس طرح کیا کرے تھے. کون تھا وہ مخالف جس نے یہ لکھا بھائی؟ یہ لاہوری جماعت کا ہے. اچھا اچھا، یعنی خود ماننے والے مرزا جی کس طرح سے لکھ رہے ہیں؟ جو لاہوری نے لکھا تھا وہ ٹھیک لکھا ہوگا، وہ جھوٹ نہیں بولتے. نہیں میں آپ کو بتاتا ہوں. یہ اصل میں کبیر شیخ کہاں چلا گیا؟ یہ اس کے گیند اس کے جو ہے وہ گود میں ہے. اچھا سن لینا آغا جانم سنجاب وہ سن تو لو. یہ جو تلوار والا حوالہ ہے نا، یہ جو مرزا بشیر ایم اے نے پہلا ایڈیشن جو شائع کیا تھا نا سیرت المہدی کا، یہ 1923 میں، تو اس کے اندر یہ حوالہ موجود تھا. لیکن وہ کتابوں اس کے اندر اور بھی بہت کچھ لکھا ہوا تھا، لیکن وہ واپس لے لیا تھا اس نے، اشاعت منسوخ کر دی تھی. اس کے بعد پھر دوسرا ایڈیشن آیا تھا. تو یہ جو پہلا ایڈیشن تھا نا اس میں یہ چیزیں لکھی ہوئی تھی، لیکن کیونکہ وہ موجود نہیں ہے مطلب کہ ہمارے پاس تو ہے لیکن ان لوگوں نے رکھا نہیں ہوا، تو اس لیے اس کا حوالہ دیا نہیں جا سکتا نا، وہ مانیں گے نہیں. لیکن یہ ہے کہ ان کے اخبار الفضل میں یہ حوالہ ملتا ہے. ان کے خبر یوسف بھائی جڑا 1923 ہے نا جڑی اشاعت ہے، ایک شیخ صاحب نے دسی دیا گل. ایک شیخ صاحب کیا تھے وہاں پہ، کیا ان کا پوزیشن تھا؟ کے شیخ صاحب پتہ بھول گئی ہیں، لیکن اندر بھی کافی کہانیاں جانتے ہیں. تھے کیا؟ عامر بھائی آئیں گے تو ان کو پتہ ہے، ان کو علم ہے. دیکھیں جی، ہم جتنی بھی یہ باتیں کر رہے ہیں، دیکھیں نا، یہ کوئی نارمل آدمی یہ حرکتیں یا ایسی باتیں کر سکتا ہے نہ لکھ سکتا ہے. یہ اس کو مینٹل النس تھی، اس کو اسے مینٹل ہیلتھ ڈس آرڈر تھا نا اس کو مرزا. دیکھیں نا، ہم لوگ بھی ہیں، ہم لوگ تو ایسی حرکتیں یا ایسی باتیں نہیں نا کرتے روزمرہ لائف میں. تو اگر وہ نارمل ہوتا تو مرزائی آپ غصہ کرتے ہیں، لیکن یہ حقیقت کی طرف نہیں جاتے کہ یہ سچ کیا ہے. جو بھائی، لیکن یہ جو سیرت المہدی ہے نا، جی اس کو اکثر جو احمدی ہیں وہ آن نہیں کرتے نا بھائی، اب کیا کریں؟ نہیں کیوں نہیں آن کرتے؟ جو مرزا بشیر الدین ہے، اس کا جو بیٹا ہے جسے اسے وہ کمبر انبیاء پتہ نہیں مجھے کیا کیا کہتا تھا، یہ اس نے لکھی ہے. اور اس نے اپنی ماں کے اور رشتہ داروں کے حوالے سے ایک لفظ لکھا ہے. اس نے ریفرنس دیا ہے کہ میری ماں نے مجھے یہ کہا. جو مرزا صاحب کی جو ڈیتھ تھی، اس نے جو بھی ٹرانسفر کیا اپنے ماں کے سیم ورڈ اس نے ٹرانسفر کیے مرزا بشیر الدین. اچھا، یہ ڈائریکٹ روایت ماں سے کر رہی ہیں؟ ہاں جی بالکل. یہ انکار ہی نہیں کر سکتے اس بات کا. یعنی چشمدید گواہ زوجہ محترمہ ہے. حوالے دیے ہیں کہ کہاں سے بات کس بندے نے کہی ہے، تو پورے حوالے ہیں، یہ دوڑ ہی نہیں سکتے اس بک سے. اچھا، یہ زوجہ احمدی ہو گئی تھی، ایمان لے آئی تھی مرزا جی پہ؟ کون سی جی؟ جو روایت کر رہی ہیں. نہیں، وہ اس کی والدہ تھی. اپنی والدہ سے جب مرزا صاحب کی میں بات کر رہا ہوں، جب بھائی میں وہی تو پوچھ رہا ہوں، ہلاک ہونے کا واقعہ اس نے اپنی ماں اس کے پاس تھی نا، وہ لیکن ماں تو بیوی ہے نا مرزا جی کی. ہاں جی بالکل وہی اس ماں نے ایمان لائی تھی، وہ مرزا جی پہ نبی مان چکی تھی. ہاں وہ پوری اس کی ساتھی تھی جی. ایمان لے کر آئے تھے؟ ہاں جی، وہ سیکنڈ والی ہے نا، پہلی والی تک تو نہیں مجھے پتا، میں سیکنڈ والی کی بات کر رہا ہوں. جی یہ مرزا صاحب کے مرید کی بیٹی تھی. ویسے واجب کہانی بھائی. تو اسی طرح یوسف بھائی یہ ایمان لے کر آئی تھی، آپ بات تصدیق ہے؟ بالکل. تو ویسے پیر صاحب یہ آپ کا یہ سوال ویسے ویلڈ ہے، یہ سوال بہت اہم ہے.
क्योंकि ऐसी कोई तरीम हवाला है इनकी किताब से नहीं मिलता जो मिर्जा साहब की यानी कि सीरतुल मादी में मिलता है। लेकिन मिर्जा साहब ने नुसरत जहां के बारे में बातें की, नुसरत जहां ने मिर्जा साहब के बारे में कोई बात नहीं सुरहानी ज़हन में मुझे तो अभी तक नहीं नजर आई। आमिर भाई बता सकते हैं। कोई तस्दीक की हो इसकी, कोई मैंने अभी तक रेफरेंस नहीं देखा। चौहान जी आप हैं मौजूद हैं? चौहान साहब ही तस्दीक करेंगे। चौहान साहब नहीं चले। अब अच्छा, अमीर भाई कोई ऐसा वाला मिलता है कि तस्दीक की कैसा वाला मिलता जिससे तस्दीक की हो नुसरत जहां ने बुहानी हज़ाइन नहीं मेरे को नहीं। अंडा सर में बांध के, मतलब मुर्गी काट के सर में बांध के सर का दर्द चला जाएगा? हाँ भाई नहीं बुखार, हाँ बुखार चला जाएगा। हाँ जी बुखार चला जाएगा। तो इसमें इतराज क्या है? इतराज कोई भी नहीं। हाँ ना, आप कर ले, बहुत अच्छा टोटका है। नहीं अगर सर का दर्द जाता है इससे तो इसमें क्या मसला क्या है? मसला तो कोई भी नहीं है भाई। चलो, मजाक के अलावा सर में दर्द हो, मुर्गी ज़िबा किया और सर पे बांध लिया, तो इससे इलाज अगर होता है, सर का दर्द चला जाता है, तो इसमें मजाक का क्या है भाई बताओ? नहीं मजाक नहीं, लेकिन मुर्गी ज़िबा नहीं कर रही ना, बगैर ज़िबा किए बांध। बगैर ज़िबा किए? हाँ जी। वो कैसे रुक जाएगा? वो कैसे रुकेगा वहां पे? यही तो साइंस है, अगर रुकेगा तो बुखार भी चला जाएगा। अच्छा ये पक्का लिखा हुआ कि नहीं ज़िबा नहीं करना, ऐसी वो ऐसे कैसे कर सर पे रुक जाएगा? क्योंकि ज़िबा का उन्होंने जिक्र नहीं किया। अच्छा, उनका मुर्गा लेकर सर पे बांध दिया जाए। और पता पड़ा वहां पे जो है वो टट्टी भी कर रही, सारा कुछ। वो मुर्गी तो बार बार पप पप करता रहता है। अंडा भी उधर डिपेंड करता ना। एक बार पीर साहब मुर्गी जो है ना वो रोया में देखी। नहीं इस बात को कंफर्म कीजिए, ज़िबा करना लिखा हुआ या जिंदा? जिंदा ला हौला वला कुव्वता। अच्छा दूसरा भाई मुर्गी कैसे वहां रुकेगा बगैर ज़िबा किए हुए? अल्लाह के बंदो, मुर्गी ने कहा, आपने कहा ये मजाक का हेज नहीं है। अजीब बात है भाई। आगा यही तो कादियानियत है। हाँ मुर्गी को ज़िबा करें, वहां पर रखें, ठीक हो जाएगा। नहीं वो तो मुझे नहीं मालूम हो जाएगा नहीं हो जाएगा। अगर मुजर्रब है और ठीक होता है तो ठीक है, इसमें मुजायका तो नहीं है। लेकिन बगैर ज़िबा के मुर्गी उधर बांध दो, कोई कहेगा कि जो है फिर बछड़े का जो है वो भी बांध दो, ये तो मुश्किल हो जाएगा ना, वो रुकेंगे नहीं। हमारे यहाँ एक इलाज है, सुन लीजिए, हमारे यहाँ एक इलाज है। बहुत ज्यादा बुखार हो या आदमी जो है कहीं पहाड़ से गिरा हो, काफी चोटें आई हुई हो उसको ना, वो क्या करते हैं, उस इंसान को ज़िबा कर लेते हैं बकरी के चमड़े के अंदर उसको जो है रखते हैं उस इंसान को। बड़ा मुफीद है, तमाम दर्द वगैरह ये सारा कुछ खत्म हो जाता है, समझ रहे हैं, दर्दों की वजह से। या ये कि अगर ऐसा ना हो ना, एक गार सा खोद देते हैं, बस सर ऊपर है और बाकी पूरा उस गार के अंदर है, मिट्टी के अंदर है, उसको रखते हैं 1-2 घंटा, वो दर्द वर्ग का सिस्टम खत्म हो जाएगा। बाकी वो टूटा फूटा वो एक अलग बात होगी, यानी जल्दी जल्दी जो जाहिर बात है पहाड़ों में इधर उधर तो इस तरह की चीजें पहले थी नहीं, तो वो इस तरह से अपने उस बीमार की वो तकलीफ को खत्म करते थे। आजकल तो थोड़ा सा भी कुछ हो तो वहां
सीधा हॉस्पिटल लेकर जाएंगे। पहले ये था, और ये था भी मुफीद, लेकिन ये जिंदा उसको सर पे बांधना, इसमें क्या, वो उसके वो टांग वहां पर रखे हुए, उसका क्या वहां पर असर हुआ, क्या है वो? शायद वो सर पे मारता रहे, वो चोंच मारता रहे, चोंच मारेगा 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 मारेगा, लहो लुहान कर देगा, वो सर का दर्द जाएगा, शायद इस तरह का कोई चक्कर है। चौहान साहब है नहीं ना, मैं आपको लेकिन चौहान साहब इस हालत को नहीं करेंगे ना जिससे ये अमर लंबिया नहीं ये जिबा करके बांधा था जी, नीचे से दवाई आई है। हाँ जी, जिबा करके। अच्छा, एक और बड़ा ज़ीनी अकवाल है मिर्जा साहब का। मिर्जा साहब कहते हैं कि घोड़सवारी के सामने साइकिल पर बैठना ऐसे ही है कुत्ते की सवारी करना। बहुत अच्छा, बहुत खूब, सुभान अल्लाह। कैसी खूबसूरत बात है, यानी कि साइकिल की सवारी कुत्ते की सवारी है। सुभान अल्लाह, सुभान। पीर साहब आप मौजूद हैं, मैं आपसे काफी टाइम बात करना चाहता हूँ। एक और हवाला है जो आप कह रहे थे कि गुलहरी क्या होता है। पीर साहब वो खाना खान चले गए। अबू बकर मीर भाई थल्ले आया कि ना दस देना कि सवारी कौन करता सी। खाना मैं खा चुका भाई, मैं हाथ धो रहा था, मुंह वगैरह धो रहा था। जी बात कीजिए। हाँ, की बना लिया जी, गुलेरी बन रहा है, गुलेरी बन रहा है। गुलेरी है क्या बताओ? संजाब। हाँ, संजाब मुझे नहीं मालूम, पर्शियन में तो यही कहते हैं। नहीं मालूम, आप यकीन कीजिए। यार कोई गुलहरी की तस्वीर ला दे यार। नदीम परवेज साहब गुलहरी की तस्वीर ला के भाई उन्हें। अबू बकर भाई अज मैं कि ऐसे सालन बना के वेखने किस तरह का बनता है। केड़ा बनाया जी? चिकन बनाया है। मारो डिप्टी मैनू इस टाइम शदीद भुख लगी है पर तुसा मैनू खा दिता। चलो अल्लाह पाक तुहाडी भुख च बरकत पावे। आमीन आमीन सुम्मा आमीन। इहदे नाल 4-5 रोटियां रख लवे फिर। रोटियां फ्रोजन ने ਉਹ ਤੁਹਾਡਾ ਭਲਾ ਹੋ ਜੇ। ਮੈਂ ਤੁਹਾਡੇ ਕੋਲ ਹੁੰਦਾ ਮੈਂ ਆਟਾ ਗੁੰਨ ਕੇ ਤੁਹਾਨੂੰ ਰੋਟੀਆਂ ਪਕਾ ਕੇ ਕਸਮੇ। ਸੁਭਾਨ ਅੱਲਾਹ। ਤੇ ਤੂੰ ਕੋਲ ਤੈਨੂੰ ਹੋਣਾ ਚਾਹੀਦਾ ਸੀ ਨਾ, ਤੂੰ ਹੈ ਕਿਉਂ ਨਹੀਂ? ਆਣਾ ਨਹੀਂ ਹੋ, ਮੈਂ ਬਿਲਕੁਲ ਮਨਾ। ਮੇਰੇ ਕਾ ਨਹੀਂ ਆਉਣਾ, ਮੇਰੇ ਕਾ ਨਹੀਂ ਆਉਣਾ। ਨਹੀਂ ਹੁਣ ਨਹੀਂ ਦਿਲ ਕਰ ਰਿਹਾ ਯਾਰ ਜੀ। ਮੈਂ ਇੱਕ ਚੀਜ਼ ਕਰਨ ਲੱਗਾ, ਜੇ ਅਗਰ ਉਹ ਹੋ ਗਈ ਨਾ ਪੂਰੇ ਭਾਰ ਨਾਲ ਫਿਰ ਉਹ ਹੀ ਕਰਨੀ ਹੈ। ਉਸ ਤੋਂ ਬਾਅਦ ਵੇਖਾਂਗਾ। ਅੱਛਾ ਅੱਛਾ, ਕੀ ਕਰਨ ਲੱਗੇ? ਮੈਂ ਨਾ ਇੱਥੇ ਉਹ ਅਬੂ ਬਕਰ ਮੀਰ ਭਾਈ ਚੰਗੀ ਤਰ੍ਹਾਂ ਜਾਣਦੇ ਨੇ ਟੈਕਨੀਕਲ ਕੰਮ ਨਾ ਏਸੀ ਫਰਿੱਜਾਂ ਦਾ ਤੇ ਏਸੀਆਂ ਦਾ ਤੇ ਓਵਨ ਵਗੈਰਾ ਹੋ ਗਏ, ਫਿਰ ਰੰਗ ਦਾ ਲੱਕੜੀ ਦਾ ਉਹਦਾ ਲਾਇਸੈਂਸ ਬਣਵਾਉਣ ਲੱਗਾ ਵਾਂ। ਅਗਰ ਜੇ ਉਹ ਚੱਲਿਆ ਤੇ ਫਿਰ ਨਹੀਂ ਬੰਦੇ ਲੱਭ ਜਾਂਦੇ ਨੇ ਨਾ। ਮੈਂ ਹੁਣ ਗੁਲਹਿਰੀ ਲਾ ਲਵਾਂ, ਮੈਂ ਕਿਵੇਂ ਲਾਵਾਂ? गुलहरी वो होती है अपना मेरे स्क्रीन पर वो चूहे की तरह का एक जानवर होता है जो दरख्त पे रहता है, दरख्त पे चढ़ता रहता है। मेरी स्क्रीन वड्डी करियो जी।
Aga, Chairmanism. Chairmanism. ਸਾਕੀ ਨੂੰ ਫਾਰਸੀ ਆਂਦੀ ਹੈ। ਸਾਕੀ ਚੁੱਪ ਕਰਕੇ ਬੈਠਾ, ਉਹਨੂੰ ਫਾਰਸੀ ਦੀ ਗੁਲਹਿਰੀ ਨਹੀਂ ਦੱਸ ਸਕਿਆ। ਸਾਕੀ ਲੋ ਜਿਨ੍ਹਾਂ ਨੂੰ ਗੁਲਹਿਰੀ ਵਹਾਣੀ ਸੀ ਉਹ ਟੋਰੀ ਗਏ। अबू बकर मीर भाई या अबा बकर तुसा मैनू कदों मिलना है? मैं तुहानू मिलना चाहना, मैं तुहानू मिलना चाहना। यहाँ तो सब दुबई में रह के नहीं किसी ने मिले। अल्लाह की कसम तकरीबन 10 किलोमीटर दूर ने मेरे तो इस टाइम, सिर्फ 10 किलोमीटर जिथे मैं खलोता। ਨਜਮ ਤੈਨੂੰ ਇਹ ਕੰਮ ਆ ਗਿਆ ਕਿਹੜੀ ਬੋਲ ਦਿੱਤਾ यार अज अल्लाह की कसम मेरे ना राबता नहीं पिया होंदा उन्हां नाल। राबता हो गया तो मैं तुहानू पूरियां तफसीलां कढा देंगा। करनियां ना मेरे खिलाफ ही इस्तेमाल जे। ਨਹੀਂ ਨਹੀਂ ਮੈਨੂੰ ਉਹ ਜਿਹੜਾ ਨਾ ਉਹ ਜਿਹੜੀ ਦੱਸੀ ਸੀ ਗੱਲ ਮੈਨੂੰ ਉਹਦੇ ਵਾਸਤੇ ਚਾਹੀਦਾ। ठीक हो गया, मैं कर रहा नहीं, मैं कोशिश कर रहा वा, हो गया तो मैं बल्कि राबता नहीं पिया होंदा, पाकिस्तान नहीं हो ਤਾਂ ਕਰਕੇ। ਬਲਕਿ ਉਹ ਜਿਹੜੀਆਂ ਮੈਂ ਦੋ ਤਰੇ ਗੱਲਾਂ ਦੱਸੀਆਂ ਸਨ ਨਾ, ਬਸ ਉਹਦੇ ਮੁਤਾਬਕ ਹੀ ਲੱਭ ਜਾਣਾ ਵਾਲੇ ਤਾਂ ਵੀ ਚਲੇਗਾ। ਕੀ ਕਰੋ ਓਕੇ ਕਰੋ। अच्छा साहब लो चिकन गल गया आलू नहीं गले, यह की गल बन गई? चिकन गल है आलू नहीं गले। ਆਲੂ ਨਹੀਂ ਗਲਦੇ? बड़े नहीं ਚੈੱਕ ਕਰੋ ਪਲਾਸਟਿਕ ਦਾ ਨਾ ਹੋਣ। चिकन बिल्कुल सही हो गया टेंडर, लेकिन आलू ले थोड़े से पा दी। माशाल्लाह राणा साहब आ गए ने, तो गुज्जर भी दो ही ने, बड़े चौधरी साहब कितने? थोड़ी देर तक आया आज। जाओ जाओ। अबू बकर भाई राणा साहब ने तहकीक की है, तहकीक करने तो बाद उन्होंने रिजल्ट कढ़िया है, बड़े निके गुज्जर तो हो ही ने, बाकी तो सारे डांस होटे ने। ਗੁੱਜਰ ਦੋ ਹੀ ਨੇ। ਲੋ ਫਿਰ ਦਿਓ ਸੁਝਾਅ। यार मैं कल पढ़ना नहीं पिया। अबू मलक खालस सबक गुलाम ਅੱਛਾ ਜੀ ਆ ਲੋ ਉਤਾਰ ਦੇਣੇ ਆ ਲੋ ਉਹ ਉਹਨਾਂ ਦੀ ਐਵਰੀ ਆਈਡੀ ਚੁੱਕ ਲਓ। ਗੈਸਟ ਹੈ ਉਹ ਪਿੱਛੇ ਆਮਰ ਭਾਈ ਪਿੱਛੇ ਗਏ ਨੇ, ਭਾਈ ਸਾਹਿਬ ਨਹੀਂ ਚੁੱਕ ਸਕਦੇ। ਆਮਰ ਸਿਆਲ ਭਾਈ ਸਾਹਮਣੇ ਆਉਣਗੇ ਤੇ ਚੁੱਕ ਸਕਦੇ ਆ। ਆਮਰ ਸਿਆਲ ਸਾਹਿਬ ਭਾਈ ਬੜੇ ਡਾਢੇ ਬੰਦੇ ਨੇ। ਉਦੋਂ ਮੈਂ ਇੱਕ ਲੜਾਈ ਇੱਥੇ ਛੁਡਾਈ ਹੈ, ਲੜਾਈ ਨਾ ਹੋਵੇ, ਇਹਨਾਂ ਨੇ ਮੈਨੂੰ ਮੋਟੀਵੇਸ਼ਨ ਤੋਂ ਖਤਮ ਕਰ ਦਿੱਤਾ। ਲੇਕਿਨ ਅਮਰ ਭਾਈ ਤੁਹਾਡੀ ਤਬੀਅਤ ਕੈਸੀ? ਕੱਲ ਪਰਸੋਂ ਦੱਸ ਰਹੇ तो तबीयत कुछ नासाज है, कैसी तबीयत है? सुन रहे हो?
अस्सलाम वालेकुम। वालेकुम सलाम रहमतुल्लाहि व बरकातहू। तबीयत कैसी भाईजान? अल्हम्दुलिल्लाह, पहला तो बेहतर ही है। खैर है कि कोई ठंड ठंड लग गई, बुखार शुखार का तो नहीं मामला बन गया? नहीं, मौसम चेंज भी होंदा ना, तो सर्दी शुरू भी होंदी है, ਉਹਦੀ ਬਾਅਦ ਥੋੜਾ ਜਿਹਾ। अल्लाह रहम करे। और राणा साहब की आई आਉਂਦੇ ਪਏ ਪਿੱਛੋਂ। ਉਹ ਮੈਂ ਦੱਸਣਾ ਪਿਆ, ਮੈਂ ਉਹ ਫੋਨ ਗੱਡੀ 'ਚ ਸੀ ਤੇ ਮੈਂ ਨਾ ਦੂਸਰਾ ਫੋਨ ਲੈ ਕੇ ਗੱਡੀ 'ਚ ਖੁੱਲਾ ਛੱਡ ਆਇਆ, ਦੂਜਾ ਫੋਨ ਲੈ ਕੇ ਮੈਂ ਇੱਥੇ ਆਇਆ 에어ਪੋਰਟ ਤੇ ਮੈਂ ਵੇਖਿਆ ਮੈਂ ਉੱਤੇ ਬੈਠਾ ਹਾਂ, ਮੈਂ ਕਿਹਾ ਕਿਸ ਤਰ੍ਹਾਂ ਚਲਾ ਗਿਆ ਮੈਂ ਉੱਤੇ। ਉਹ ਮੈਂ ਫਿਰ ਥੱਲੇ ਰਿਕੁਐਸਟ ਕੀਤੀ, ਭਾਈ ਇਸ ਤਰ੍ਹਾਂ ਫੋਨ ਉਹ ਗੱਡੀ 'ਚ ਪਿਆ, ਮੈਨੂੰ ਲਾ ਦੇ ਥੱਲੇ। ਤੇ ਮੈਂ ਦੱਸਦਾ ਕਿ ਮੈਂ ਇੱਥੇ ਬੈਠਾ ਹੋਇਆ ਮੈਂ 에어ਪੋਰਟ ਵਿੱਚ ਤੇ ਇਸ ਵਾਸਤੇ ਲਾ ਦੇ। ਚੱਲੇ ਹੋ ਪਾਕਿਸਤਾਨ? ਉਹ ਨਹੀਂ ਮੈਂ ਇੱਥੇ ਮਜ਼ਦੂਰੀ ਕਰੀ ਦੀ ਹੈ। ਅੱਛਾ, 에어ਪੋਰਟ ਪਤਾ ਨਹੀਂ ਪਾਕਿਸਤਾਨ ਚੱਲੇ ਹੋ। नहीं जॉन ऑफ कैनेडी इंटरनेशनल एयरपोर्ट है ना, न्यूयॉर्क। ਰਾਣਾ ਸਾਹਿਬ ਤੁਸੀਂ ਤੇ ਆਂਦੇ ਹੋ ਕਿ ਬੜਾ ਖੂਬਸੂਰਤ 에어ਪੋर्ट है कि ये कोई लगदा भी नहीं है। खूबसूरत की तो मुराद की ਹੁੰਦਾ ਕੀ ਇਹਦੇ ਚ खूबसूरत मतलब ਤੇ ਕਢਾਈਆਂ ਕੱਢ ਕੇ ਰੱਖਣਾ ਹੁੰਦਾ। ਇਹ 에어ਪੋर्ਟ ਨਾ ਅਜੇ ਸਾਰਾ ਕੰਸਟਰਕਸ਼ਨ ਹੋ ਰਹੀ ਮੋਟੇ ਕਿਨਾਰੇ ਦਾ ਕੰਮ ਹੋਣਾ ਚਾਹੀਦਾ। ਹੈ, ਪੂਰਾ ਬੰਦ ਦੇਖੋ, ਪੂਰਾ ਬੰਦ ਹੋਇਆ ਪਿਆ ਵਾ। ਬਾਹਰ ਨਜ਼ਰ ਮਾਰੋਗੇ ਨਾ, ਬੰਦ ਹੋਇਆ ਪਿਆ ਵਾ ਸਾਰਾ, ਬਹੁਤ ਵੱਡਾ 에어ਪੋर्ਟ। ਉਹ ਦੇਖੋ ਕੰਸਟਰਕਸ਼ਨ ਹੋ ਰਹੀ ਸਾਰੀ। ਇਹ 5 ਬਿਲੀਅਨ ਦਾ ਨਾ ਪ੍ਰੋਜੈਕਟ ਹੈਗਾ ਵਾ। ਆ ਰਹੇ ਨਜ਼ਰ ਨਹੀਂ, ਇਹਦੇ ਨਾਲੋਂ ਜ਼ਿਆਦਾ ਖੂਬਸੂਰਤ ਇਹਨਾਂ ਜਿਹੜਾ ਹੁਣ ਕਰਾਚੀ ਦਾ ਬਣਾਇਆ ਉਹ ਵੀ 에어ਪੋर्ਟ। ਮੈਂ ਤੇ ਕਰਾਚੀ ਦਾ ਜਦੋਂ ਵੇਖਿਆ ਤੇ ਉਹ ਤਾਂ ਕੁਛ ਵੀ ਨਹੀਂ। 에어ਪੋर्ਟ ਜਿਹੜਾ ਨਾ, ਇਹ ਬਹੁਤ ਵੱਡਾ 에어ਪੋर्ਟ ਹੈ। ਤਾਂ ਮੈਂ ਤੁਹਾਨੂੰ ਕਿਸ ਤਰ੍ਹਾਂ ਐਕਸਪਲੇਨ ਕਰਾਂ। ਇਹ ਅਰਾਈਵਲ ਹੈਗਾ ਵਾ, ਇਹ ਸਿਰਫ ਇੱਥੋਂ ਬੰਦੇ ਬਾਹਰ ਨਿਕਲਦੇ ਨੇ। ਡਿਪਾਰਚਰ ਜਿਹੜਾ ਨੇ ਇਹਦੇ 8 ਟਰਮੀਨਲ ਨੇ, ਡਿਪਾਰਚਰ ਵੱਖਰਾ ਵਾ। ਇਹ ਇੰਟਰਨੈਸ਼ਨਲ ਜਿਹੜਾ ਨਾ ਅਰਾਈਵਲ ਹੈ। ਜਿਹੜੀਆਂ ਇਹਦੇ ਫਲਾਈਟਾਂ ਤੁਸੀਂ ਇਹ ਦੱਸੋ ਕਿ ਇਹਦੀਆਂ ਕਿੰਨੀਆਂ ਬਣੀਆਂ ਨੇ ਉਹ ਪਾਰਕਿੰਗ ਜਿਹੜੀਆਂ ਹੋਈਆਂ ਨਾ 에어ਪੋर्ਟ ਦੇ ਬਾਹਰ? ਕੀ 에어ਪੋर्ਟ ਦੇ ਬਾਹਰ ਕੀ ਸੋਰੀ ਕੀ ਕਰ ਰਹੇ ਹੋ? ਜਿੱਥੇ ਫਲੈਟਾਂ ਨਹੀਂ ਖਲੋਂਦੀਆਂ, ਆਹੋ, ਉਹਦੇ ਨੰਬਰ ਲੱਗੇ ਹੁੰਦੇ ਨੇ ਨਾ, ਤੇ ਕਿੰਨੇ ਨੇ ਉਹ ਇਹਨਾਂ ਦੇ? ਇਹ 8 ਟਰਮੀਨਲ ਨੇ ਤੇ ਇੱਕ ਟਰਮੀਨਲ ਤੱਕ ਤਕਰੀਬਨ ਮਤਲਬ ਕਿੰਨੀਆਂ ਕੁ ਫਲੈਟਾਂ ਦੀਆਂ ਮੈਂ ਤੁਹਾਨੂੰ ਕੀ ਦੱਸਾਂ। 8 ਟਰਮੀਨਲ, 8 ਦੂਜਾ ਜਾਂ ਤੀਜਾ ਬਿਜ਼ੀ 에어ਪੋਰਟ ਹੈ। ਕਿਹੜੇ ਸ਼ਹਿਰ ਦਾ 에어ਪੋर्ट? ਨਿਊਯਾਰਕ ਨਿਊਯਾਰਕ ਦਾ ਤੇ ਸਭ ਤੋਂ JFK। ਇਹ ਅਜੇ ਇਹ ਇੱਕ ਟਰਮੀਨਲ ਹੈ ਇੱਥੇ, ਮਤਲਬ ਚੰਦ ਇੱਕ ਫਲਾਈਟਾਂ ਆਉਂਦੀਆਂ ਨੇ, ਮਤਲਬ ਚੰਦ ਤੋਂ ਮੁਰਾਦ ਸਭ ਤੋਂ ਵੱਡਾ 에어ਪੋर्ਟ ਹੈ ਨਿਊਯਾਰਕ ਦਾ। ਹਰ ਇੱਕ ਮਿੰਟ ਦੀ ਫਲੈਟ ਲੈਂਦੀ ਹੈ ਤੇ 1 ਮਿੰਟ ਦੀ ਚੜ੍ਹਦੀ ਹੈ। ਹਾਂਜੀ 에어ਪੋर्ਟ ਕਾਫੀ ਬਿਜ਼ੀ ਹੈ, ਕਾਫੀ ਬਿਜ਼ੀ 에어ਪੋर्ਟ ਹੈ। ਮਤਲਬ ਇਹ ਇੱਕ ਟਰਮੀਨਲ ਹੈ। ਇਹ ਦੂਸਰੇ ਨੰਬਰ ਤੇ ਜੱਦੇ ਦਾ ਆਉਂਦਾ ਹੈ, ਪਹਿਲੇ ਤਾਂ ਨਿਊਯਾਰਕ ਦਾ। ਮੈਂ ਜਿੱਥੋਂ ਤੱਕ ਮੈਨੂੰ ਯਾਦ ਹੈ 25-30 ਸਾਲ ਪਹਿਲੇ ਸ਼ਾਇਦ ਸ਼ਿਕਾਗੋ ਦਾ ਸਭ ਤੋਂ ਜਿਹੜਾ ਬਿਜ਼ੀਐਸਟ ਟਰਮੀਨਲ ਸੀ ਨਾ ਦੁਨੀਆ ਦਾ, ਉਹ ਸੀ ਜਿੱਥੋਂ ਤੱਕ ਮੈਨੂੰ ਯਾਦ 25 ਸਾਲ ਪਹਿਲੇ। ਮੇ ਵੀ ਹੁਣ ਇਹ ਹੋ ਗਿਆ ਹੋਵੇ। ਅਜੇ ਫਲਾਈਟਾਂ ਦਾ ਟਾਈਮ ਹੈ ਨਾ, ਹੁਣ ਇੱਥੇ 12:38 ਹੋ ਗਏ, 2 ਵਜੇ ਤੋਂ ਬਾਅਦ ਇੱਥੇ ਜਗ੍ਹਾ ਨਹੀਂ ਲੱਭਦੀ। ਨਹੀਂ, ਤੁਸੀਂ ਹੁਣ ਸਾਹਿਬ ਗੂਗਲ ਵੇਖੋ ਨਾ, ਪਹਿਲੇ ਨੰਬਰ ਦੇ ਉੱਤੇ ਨਿਊਯਾਰਕ ਦਾ, ਦੂਜੇ ਤੇ ਜੱਦੇ ਦਾ। ਅੱਛਾ, ਨਹੀਂ ਹੋ ਸਕਦਾ, ਮੈਂ ਅਰਜ਼ ਕੀਤਾ, ਮੈਨੂੰ ਨਹੀਂ ਪਤਾ, ਮੈਂ ਦੇਖਿਆ ਨਹੀਂ ਹੈ। ਲੇਕਿਨ ਜਿਸ ਦੌਰ 'ਚ ਮੈਂ ਇੱਕ ਵਾਰੀ ਸ਼ਰਤ ਰਿਹਾ ਮੈਂ ਕਿਸੇ ਬੰਦੇ ਨਾਲ, ਮੈਂ ਸ਼ਰਤ ਲਾਈ ਸੀ ਕਿ ਮੈਂ ਸਮਝਿਆ ਸੀ ਨਿਊਯਾਰਕ ਦਾ। ਉਹਨੇ ਫਿਰ ਮੈਨੂੰ ਦੱਸਿਆ, ਮਤਲਬ ਮੈਂ ਜੋ ਕੱਢਿਆ ਤੇ ਸ਼ਿਕਾਗੋ ਨਿਕਲਿਆ। ਉਹ ਸ਼ਿਕਾਗੋ ਜਿਹੜਾ ਸੀ ਨਾ, ਉਹ ਤੇ ਮਤਲਬ $500 ਮੈਂ ਰਿਹਾ ਮੈਨੂੰ ਤਾਂ ਯਾਦ ਹੈ, 25 ਸਾਲ ਪਹਿਲੇ ਦੀ ਗੱਲ। ਨਹੀਂ, ਉਹ ਰਕਬੇ ਦੇ ਲਿਹਾਜ਼ ਨਾਲ ਆਖਿਆ ਜੀ ਕਿ ਵੈਸੇ ਫਲਾਈਟ ਦੇ ਲਿਹਾਜ਼ ਨਾਲ? ਫਲਾਈਟਾਂ ਦੇ ਲਿਹਾਜ਼ ਫਲਾਈਟਾਂ ਦੇ ਲਿਹਾਜ਼ ਨਾਲ ਤੇ ਨਿਊਯਾਰਕ ਅੱਜ ਦਾ ਨਹੀਂ, ਉਹ ਸ਼ਿਕਾਗੋ ਵੀ ਹੈ। ਇਹ ਤਾਂ ਬਹੁਤ ਪੁਰਾਣਾ ਹੈ ਨਿਊਯਾਰਕ ਤਾਂ ਹਾਂਜੀ ਬਹੁਤ ਪੁਰਾਣਾ 에어ਪੋर्ਟ ਹੈ, ਵੱਡਾ ਬਹੁਤ ਹੈ, ਮਤਲਬ ਬਹੁਤ ਵੱਡਾ। ਇੱਕ ਟਰਮੀਨਲ ਇੰਨਾ ਵੱਡਾ ਤੇ ਨਾਲਾ ਕਰ ਲਓ 8 ਟਰਮੀਨਲ।
ਹਰ ਇੱਕ ਦੀ ਫਲੈਟ ਰਹਿੰਦੀ ਤੇ ਕਰ ਦਈਏ ਇੱਥੇ। That's the Buddha? That's the Buddha? Oh, Home Alone. Okay. I watched he's follow the someone the Spanish guy in the garage. Yeah, Patricio. Yeah, Patricio. Naughty guy. Yeah. That's why I said. ਯੂਸਵੀ ਇੱਥੇ ਯੂਐਸ ਜਿਹੜੀ ਕੰਟਰੀ ਲੈਂਗੁਏਜ ਹੀ ਹੈ ਨਾ। I saw him there. I right away sent the message for the all. ਕਹਿ ਰਹੇ ਹੋ? ਹੋਰ ਅਸੀਂ ਯੂਐਸ ਦੀ ਕੰਟਰੀ ਲੈਂਗੁਏਜ ਇੰਗਲਿਸ਼ ਹੀ ਹੈ ਨਾ, ਜਿਹਨਾਂ ਦੀ ਆਪਣੀ ਵੀ ਕੋਈ ਹੈ ਜ਼ਬਾਨ। He's very ਯੂਐਸ ਇੰਗਲਿਸ਼ ਹੀ ਹੈ ਨਾ? So you have to watch. Yeah? ਇੰਗਲਿਸ਼ ਇਹਨਾਂ ਦੀ ਆਪਣੀ ਜ਼ਬਾਨ ਜਿਹੜੀ ਉਹ ਇੰਗਲਿਸ਼ ਹੀ ਹੈ। ਜੀ। Definitely, you are. ਲੇਕਿਨ ਇਹ ਸੈਕੰਡ ਲੈਂਗੁਏਜ ਜਿਹੜੀ ਜ਼ਿਆਦਾ ਬੋਲੀ ਜਾਂਦੀ ਹੈ ਉਹ ਸਪੈਨਿਸ਼ ਹੈ। ਨਹੀਂ ਹੈ ਹੀ ਸੈਕੰਡ ਲੈਂਗੁਏਜ ਇਹਨਾਂ ਦੀ ਜਿਹੜੀ ਹੈ ਨਾ, ਉਹ ਬਕਾਇਦਾ ਲੀਗਲ ਤੌਰ ਤੇ ਉਹ ਹੈਗੀ ਹੈ ਸਪੈਨਿਸ਼। ਉਸ ਤਰ੍ਹਾਂ ਦੇ ਸਾਨੂੰ ਇੱਥੇ ਜਿਹੜੇ ਸਕੂਲਾਂ 'ਚ ਫਾਰਮ ਮਿਲਦੇ ਨੇ ਸਾਡੇ ਬੱਚਿਆਂ ਵਾਸਤੇ, ਉਹ ਉਰਦੂ 'ਚ ਮਿਲਦੇ ਨੇ। ਜਿਹੜੇ ਬੰਗਾਲੀ ਨੇ ਉਹਨਾਂ ਨੂੰ ਬੰਗਾਲੀ 'ਚ ਮਿਲਣਗੇ, ਜਿਹੜੇ ਅਰਬੀ ਨੇ ਉਹਨਾਂ ਨੂੰ ਅਰਬੀ 'ਚ ਮਿਲਣਗੇ, ਜਿਹੜੇ ਇੰਡੀਅਨ ਨੇ ਉਹਨਾਂ ਨੂੰ ਮਿਲਣਗੇ, ਜਿਹੜੇ ਪੰਜਾਬੀ ਨੇ ਉਹਨਾਂ ਨੂੰ ਗੁਰਮੁਖੀ 'ਚ ਮਿਲਣਗੇ। ਸਹੂਲਤਾਂ ਇਹਨਾਂ ਨੇ ਸਾਰੀਆਂ ਦਿੱਤੀਆਂ। ਔਰ ਇਹ ਜੇ ਯੂਸਫੀ ਸਾਹਿਬ ਸਾਡਾ ਬਸ ਇੱਥੇ ਆ ਕੇ ਖਲੋ ਗਏ। ਦੈਟਸ ਇਟ। ਤੇ ਤੁਹਾਨੂੰ ਪੋਰਟਰ ਜਿਹੜਾ ਉਹ ਕਰਦਾ ਜਾਂ ਆਪੇ ਜਮਾ ਕਰਨਾ? ਨਹੀਂ ਅਸੀਂ ਆਪ ਕਰਨਾ। ਹੁਣ ਇਸ ਵੇਲੇ ਫਲਾਈਟਾਂ ਲੱਗੀਆਂ ਨੇ ਨਾ, ਅਜੇ ਹੁਣ ਮਤਲਬ ਸ਼ੁਰੂ ਹੋਣਾ ਕੰਮ, ਤੇ ਬਹੁਤ ਬਿਜ਼ੀ ਹੋਈਦਾ। ਆ ਦੇਖੋ ਨਾ, ਇਹ ਅਸਲ ਜਿਹੜਾ ਟੈਕਸੀ ਲਾਈਨ ਹੈਗੀ ਆ ਵਾਲੀ, ਤੇ ਵੈਸੇ ਵੀ ਖਾਲੀ ਪਈ ਹੈ। ਕਿਉਂ ਕਿ ਇਸ ਵੇਲੇ ਫਲਾਈਟਾਂ ਉਤਰ ਰਹੀਆਂ ਹੋ ਜਾਏਗਾ ਇੱਥੇ ਨਾ, ਮਤਲਬ ਪੂਰਾ ਭਰ ਜਾਂਦਾ ਵਾ। ਇਹਦੇ ਪਰ ਨਾ ਸਾਰੀ ਲੱਗੀ ਵਿੱਚ ਤੇ ਜਦੋਂ ਭਰ ਜਾਂਦੇ ਨੇ ਨਾ, ਤੇ ਫਿਰ ਨਾ ਜੀ ਉਹ ਮਤਲਬ ਬਾਹਰ ਯੈਲੋ ਕੈਬ ਖਲੋਤੀ ਹੈ, ਉਹ ਪਰਲੇ ਬੰਨੇ ਉਬਰ ਖਲੋਤੀ ਹੈ, ਤੇ ਹਰ ਬੰਦਾ ਆਪਣਾ ਹਿੱਸਾ ਲੈ ਕੇ ਹੋ ਜਾਂਦਾ। ਸਾਰੇ ਨਾ ਇੱਥੇ ਭਰ ਜਾਂਦਾ ਵਾ। 2 ਵਜੇ ਤੋਂ ਬਾਅਦ ਬਹੁਤ ਬਿਜ਼ੀ ਹੋ ਜਾਂਦਾ। ਆ ਦੇਖ ਲਓ ਵਿਚਾਰੇ ਜਿਹਨਾਂ ਨੇ ਅੱਗੇ ਫਲਾਈਟਾਂ ਲੈਣੀਆਂ ਨੇ, ਅੱਗੇ ਵੀ ਹੈ। ਕਰੰਸ ਚੇਂਜ ਮੈਂ ਕੈਮਰਾ ਬੰਦ ਹੀ ਕਰ ਰਿਹਾ। ਸਾਰੇ ਬਿਜ਼ੀ ਹੋ ਗਏ ਨੇ ਉਹਦੇ ਵਿੱਚ। ਯਾ ਬਾਬਕਰ You coming here? ਰਾਜਾ ਸਾਹਿਬ ਕਿੱਥੇ ਗਏ ਨੇ? ਰਾਜਾ ਸਾਹਿਬ ਨਹੀਂ ਆ ਰਹੇ। ਸਾਨੂੰ ਲੱਗਦਾ ਈਦ ਪਾਰਟੀ ਕਰ ਰਹੇ ਨੇ। ਉਹ ਅੱਜ ਉਹਨਾਂ ਦੇ ਮਨਾਜ਼ਰੇ ਤੋਂ ਕਿੰਨਾ ਸੀਗੇ ਨੇ? ਦੱਸ ਸਕਦੇ? ਨਹੀਂ, ਉਹ ਮਨਾਜ਼ਰਾ ਸੀ ਅੱਜ, ਪਤਾ ਨਹੀਂ ਤੁਹਾਨੂੰ? ਉਹ ਤੇ ਮੈਨੂੰ ਪਹਿਲੇ ਪਤਾ ਲੱਗ ਗਿਆ ਸੀ ਉਹ ਨਹੀਂ ਆਉਣਾ। ਆਪਣਾ ਤਾਹਿਰ ਅਹਿਮਦ ਸਾਹਿਬ ਦਾ। ਹਾਂਜੀ, ਰਾਜਾ ਅਬਦੁਲ ਨਹੀਂ ਆਏ। ਪਤਾ ਲੱਗ ਗਿਆ। हाँ, वो मनान साहब नहीं आए। ਉਹ ਤੇ ਉਹਨਾਂ ਨੇ ਬਿਆਨ ਦਿੱਤਾ ਸੀ ਕਿੰਨੇ ਸਾਂ ਕੋਈ ਨਹੀਂ ਜਾਣਾ। ਜੀ ਆ, ਚਲੋ ਬਹਰਾਲ ਇਹਨਾਂ ਦਾ ਪੈਰ ਉੱਤੇ ਆ ਗਿਆ ਨਾ।
ਇਹ ਸਿਰਫ ਮੇਰਾ ਖਿਆਲ ਹੈ ਸਿਰਫ ਚੈਲੰਜ ਕਰਨ ਜੋਗੇ ਨੇ ਮਨਾਜ਼ਰਾ ਕਰਨ ਜੋਗੇ ਇੱਕ ਵਾਰੀ। ਉਹ ਮੁਨਾਜ਼ਰਾ ਕਿੱਥੋਂ ਕਰਨਾ ਯਾਰ, ਪਤਾ ਨਹੀਂ ਹੈ ਅਮਰੀਕਾ 'ਚ ਵੈਸੇ ਕੋਈ ਜਿੰਨੇ ਵੱਡੇ ਮਨਾਜ਼ਰ ਲੱਗੇ ਫਿਰਦੇ ਨੇ, ਕੋਈ ਇੱਕ ਬੰਦਾ ਪਹਿਲੇ ਮਨਾਜ਼ਰੇ ਦੀ ਤਾਰੀਫ ਤੇ ਕਰੇ। ਮਨਾਜ਼ਰਾ ਕਹਿੰਦੇ ਕਿਹਨੂੰ ਨੇ? ਔਰ ਮੀਰ ਸਲੀਮ ਨੂੰ ਕਰਵਾ ਲਓ ਨਾ, ਕਰਦਾ ਜੇ। ਉਹ ਕਰ ਦੇਗਾ। ਚੌਹਾਨ ਸਾਹਿਬ ਵੀ ਟੁਰ ਗਏ, ਅਮਰ ਨਜ਼ੀਰ ਸਾਹਿਬ ਵੀ ਟੁਰ ਗਏ ਤੇ ਪੀਰ ਸਾਹਿਬ ਵੀ ਟੁਰ ਗਏ ਤੇ ਨਾਲੇ ਟੁਰ ਗਏ ਯਾਰ ਮੁਹੱਬਤਾਂ ਵਾਲੇ। ਹਾਂਜੀ ਤੇ ਹੁਣ ਕਰੀਏ ਕੀ ਯਾਰ? ਮੈਂ ਸੋਚ ਰਿਹਾ ਸਾਂ ਕਿ ਕੋਈ ਸੀਰੀਜ਼ ਸ਼ੁਰੂ ਕਰੀਏ ਜਿਸ ਤਰ੍ਹਾਂ ਚੰਦੇ ਦੇ ਉੱਤੇ ਡਿਸਕਸ਼ਨ ਹੋਵੇ, ਉਸ ਤੋਂ ਬਾਅਦ ਫਿਰ ਬਸ਼ੀਰੁੱਦੀਨ ਮਹਿਮੂਦ ਦਾ ਜਿਹੜਾ ਮਾਮਲਾ ਸੀ, ਇਸ ਤਰ੍ਹਾਂ ਕੋਈ ਵਾਰੀ ਕੋਈ ਨੰਬਰ ਲਾ ਕੇ ਨਾ ਡਿਸਕਸ਼ਨ ਕਰੀਏ। ਮੌਜੂ ਰੱਖ ਲਓ। ਗੱਲ ਤੁਹਾਡੀ ਸਹੀ ਹੈ। ਕੱਲ ਤੁਸੀਂ ਕੋਈ 60 ਕਿਸਮ ਦੇ ਚੰਦੇ ਤੇ ਕਾਇ ਨੇ ਨਾ, ਤੇ 60 ਸਵਾਲ ਬਣਦੇ ਨੇ ਕਿ ਇਹ ਇੰਨੇ ਚੰਦੇ ਰੱਖਣ ਦਾ ਕੀ ਮਕਸਦ ਹੈ, ਇਹਦਾ ਲੌਜਿਕ ਕੀ ਹੈ? ਆਹੋ ਇੱਕ ਤੇ 16% ਦੇ ਚੰਦਾ ਲਾਜ਼ਮੀ ਹੈ ਹੀ ਹੈ ਨਾ, ਉਹ ਤੇ ਇਹਨਾਂ ਨੇ ਹਰ ਮਹੀਨੇ ਆਪਣੀ ਜਿਹੜੀ ਕਮਾਈ ਕਰਦੇ ਨੇ ਨਾ, ਉਹਦਾ 16% ਇਹਨਾਂ ਦੇਣਾ ਹੈ। ਉਹ ਤੇ ਹੋ ਗਿਆ ਲਾਜ਼ਮੀ ਇੱਕ ਚੰਦਾ। ਉਸ ਤੋਂ ਇਲਾਵਾ ਜਿਹੜਾ ਵੇ 49 ਚੰਦੇ ਹੋਰ ਨੇ 49। ਜਿਹੜਾ ਇੱਕ ਤੁਸੀਂ ਦੱਸਿਆ ਸੀ ਨਾ ਕਿ ਇੰਟਰਨੈਸ਼ਨਲ ਮਸਾਜਿਦ ਵਾਸਤੇ ਚੰਦਾ ਵਾਦਾ, ਠੀਕ ਹੈ ਨਾ? ਆਹੋ ਹੁਣ ਉਹਨੂੰ ਦੇਖਣਾ ਕਿ ਵਾਦਾ ਲਾਜ਼ਮੀ ਹੈ। ਜੀ ਹਾਂ, ਵਾਦਾ ਲਾਜ਼ਮੀ ਹੈ, तो ਉਸ ਤੋਂ ਬਾਅਦ ਚੰਦਾ ਵੀ ਲਾਜ਼ਮੀ ਹੈ। ਫਿਰ ਚੰਦਾ ਲਾਜ਼ਮੀ ਮਤਲਬ ਉਹਨੂੰ ਕਿਸ ਤਰ੍ਹਾਂ ਉਹਨਾਂ ਨੇ ਰੱਖੇ ਹੈ, ਉਹਨੂੰ ਲਾਜ਼ਮੀ ਚ ਉਂਝ ਨਹੀਂ ਰੱਖਿਆ ਲਿਸਟ 'ਚ, ਲੇਕਿਨ ਵਾਦਾ ਲਾਜ਼ਮੀ ਹੈ। ਜਦੋਂ ਵਾਦਾ ਕਰ ਲਿਆ ਤਾਂ ਹੁਣ ਦੇਣਾ ਲਾਜ਼ਮੀ। ਹਾਂ, ਮਤਲਬ ਜਦੋਂ ਵਾਦਾ ਕਰ ਲਿਆ, ਵਾਦਾ ਕਰਨਾ ਤੁਸੀਂ ਉਹ ਲਾਜ਼ਮੀ ਕਰਨਾ ਹੈ, ਤੇ ਜਦੋਂ ਵਾਦਾ ਕਰ ਲਿਆ ਤੇ ਫਿਰ ਚੰਦਾ ਅਗਲੇ ਕਢਾ ਹੀ ਲੈਣਗੇ। ਉਹ ਜ਼ਿਸ਼ਾਨ ਸਾਹਿਬ ਦੱਸਦੇ ਨਹੀਂ ਹੁੰਦੇ, ਆਂਦੇ ਨੇ ਜਦੋਂ ਵਾਦਾ ਕਰ ਲਈਦਾ ਨਾ ਤੇ ਉਸ ਤੋਂ ਬਾਅਦ ਜਿੱਥੇ ਮਿਲਣਗੇ ਤੇ ਉਹ ਤੁਹਾਨੂੰ ਸ਼ਰਮਿੰਦਾ ਕਰਨਗੇ ਕਿ ਵਾਦਾ ਕੀਤੇ ਆ ਤੇ ਉਹ ਦਿਓ ਚੰਦਾ। ਤੁਸੀਂ ਇਹਨਾਂ ਦੇ ਉਹ ਮੈਂ ਨਾ ਗਲਬਨ 2018 ਦੀ ਗੱਲ ਹੈ ਤੇ ਪਤਾ ਨਹੀਂ 17 ਦੀ, ਖੈਰ ਉਹ ਮੈਂ ਇੱਕ ਜਗ੍ਹਾ ਤੇ ਵਾਦਾ ਕਰ ਬੈਠਾ ਨਾ, ਮਸਜਿਦ ਵਾਸਤੇ ਨਾ, ਮਸਜਿਦ ਬਣਨੀ ਸੀ ਤੇ ਮੈਂ ਤਾਂ ਵਾਦਾ ਕਰ ਬੈਠਾ। ਉਹਨਾਂ ਨੇ ਮੇਰੇ ਜਿੰਨੇ ਪਾਏ ਨਾ ਕਿ ਜੀ ਇੰਨੇ ਤੁਸੀਂ ਦੇਣੇ ਨੇ, ਤੇ ਮੈਂ ਆਮੀਨ ਕੀਤੀ। ਉਹਨਾਂ ਕਹਿੰਦੇ ਲੈ ਲਈਏ ਤੁਹਾਡਾ ਨਾਂ? ਮੈਂ ਕਿਹਾ ਜੀ ਬਿਲਕੁਲ ਲਿਖ ਲਓ, ਅੱਲਾ ਦਾ ਘਰ ਹੈ, ਮੈਂ ਥੋੜੀ ਦੇਣੇ ਨੇ, ਅੱਲਾ ਆਪ ਹੀ ਬੰਦੋਬਸਤ ਕਰਾ ਦੇਗਾ। ਤੇ ਗੱਲ ਬੜੀ ਅਜੀਬ ਹੈ, ਲੇਕਿਨ ਮੈਂ ਪੂਰੀ ਨਹੀਂ ਸੁਣਾਵਾਂਗਾ, ਮੈਂ ਇੰਨੀ ਕਿ ਸੁਣਾਵਾਂਗਾ ਕਿ ਉਹ ਨਾ ਵਾਅਦਾ ਮੈਂ ਕਰ ਲਿਆ। ਹੁਣ ਜਦੋਂ ਵਾਅਦੇ ਤੇ ਜਿਹੜਾ ਟਾਈਮ ਆਇਆ ਨਾ, ਉਹ ਅੱਲਾ ਦੀ ਕਰਨੀ। ਮੈਂ ਥੋੜਾ ਨਾ ਉਹਨਾਂ ਦਿਨੋਂ ਮੇਰਾ ਮੈਂ ਫਾਈਨੈਂਸ਼ੀਅਲੀ ਥੋੜਾ ਡਿਸਟਰਬ ਸਾਂ, ਤੇ ਵਾਅਦਾ ਵੀ ਇਸੇ ਨੀਅਤ ਤੇ ਕੀਤਾ ਸੀ ਕਿ ਅੱਲਾ ਪਾਕ ਬਰਕਤ ਪਾਏਗਾ। ਮੈਂ ਇੱਕ ਕੰਮ ਦਾ ਵਾਅਦਾ ਕੀਤਾ, ਲੇਕਿਨ ਮੇਰਾ ਇਮਤਿਹਾਨ ਸੀ, ਉਹ ਮੈਂ ਉਸ ਤਰੀਕੇ ਦੇ ਪੈਸੇ ਨਾ ਅਰੇਂਜ ਕਰ ਸਕਿਆ। ਹੁਣ ਜੋ ਮੈਨੂੰ ਪੁੱਛਣ ਲੱਗੇ, ਮੈਂ ਮਸਜਿਦ ਨਮਾਜ਼ ਪੜ੍ਹਨ ਜਾਣਾ ਤੇ ਉੱਥੇ ਮੈਨੂੰ ਪੁੱਛਣਾ ਉਹਨਾਂ ਨੇ, ਹਾਂਜੀ। ਤੇ ਉਹ ਇੱਕ ਬੰਦੇ ਨੇ ਮੈਨੂੰ ਨਾ ਬੜੇ ਗੁੱਸੇ ਨਾਲ ਮੈਨੂੰ ਕਹਿ ਦਿੱਤਾ ਕਿ ਯਾਰ ਵਾਅਦਾ ਨਹੀਂ ਸੀ ਕਰਨਾ। ਫਿਰ ਮੈਂ ਅੱਛਾ, ਮਤਲਬ ਹੁਣ ਮੈਂ ਤੇ ਲਾਜਵਾਬ ਹਾਂ, ਬਟ ਉਹ ਅੱਲਾ ਦਾ ਫਜ਼ਲ ਹੋਇਆ ਕਿ 2-4 ਦਿਨ ਗੁਜ਼ਰੇ, ਅੱਲਾ ਪਾਕ ਨੇ ਸਬਬ ਬਣਾਇਆ, ਫਿਰ ਮੈਂ ਪੈਸੇ ਤੋਂ ਮੈਂ ਦੇ ਦਿੱਤੇ। ਲੇਕਿਨ ਉਹ ਅੱਜ ਤੱਕ ਮੇਰੇ ਜ਼ਿਹਨ ਦੇ ਵਿੱਚ, ਜਦੋਂ ਉਹਨੇ ਮੈਨੂੰ ਕਹਿਣਾ ਯਾਰ ਵਾਅਦਾ ਨਹੀਂ ਸੀ ਕਰਨਾ, ਦੇਖੋ ਯਾਰ ਦਿਲਾਂ ਦੇ ਸੋਤੇ ਨੇ ਇਹਦੇ ਪਰ ਦਾ ਬੰਦੇ ਦਾ ਆਪਣਾ ਉਹ ਹੈ ਯਾਰ
अपना एतकाद है।